ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਤ ਬਾਦ ਦੋ ਪਖ ਜਾਏ, ਬਿਨ ਮਗ ਪਾਏ ਨਰਕ ਸਿਧਾਏ। ਭਰਮੇ ਭੂਲੇ ਆਵਹਿ ਜਾਈ, ਸਤਿਗੁਰ ਮਿਲੈ ਤਾਂ ਦੇਹਿ ਬਤਾਈ। ਕਰਤ ਬਾਦ ਦੋ ਪਖ ਜਾਏ, ਬਿਨ ਮਗ ਪਾਏ ਨਰਕ ਸਿਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗਾ ਹੋ ਜੁਗ ਅਟਲ। ਚਬਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸੱਜ ਰਹੇ ਹਨ।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਦੇਵ ਜੀ ਮਹਾਰਾਜ ਜੀ ਦੇ ਕੋਲ ਇੱਕ ਮੁਸਲਮਾਨ ਵੀਰ ਜੋ ਹੈ ਸੈਦ ਖਾਂ ਜਿਹਦਾ ਨਾਮ ਹੈ, ਉਹ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦਾ। ਜਦੋਂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਮਨ ਦੇ ਵਿੱਚ ਕਈ ਤੌਖਲੇ ਸਨ, ਬਹੁਤ ਜ਼ਿਆਦਾ ਤੁਜ਼ਬ ਦੇ ਨਾਲ, ਈਰਖਾ ਦੇ ਨਾਲ ਭਰਿਆ ਹੋਇਆ ਸੀ। ਸਤਿਗੁਰੂ ਮਹਾਰਾਜ ਜੀ ਨੂੰ ਆ ਕਰਕੇ ਜਦੋਂ ਇਹ ਪੁੱਛਦਾ, ਮਹਾਰਾਜ ਕਿਰਪਾ ਕਰੋ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨੋਈ? ਹਿੰਦੂ ਵੱਡਾ ਹੈ ਕਿ ਸਤਿਗੁਰੂ ਮਹਾਰਾਜ ਮੁਸਲਮਾਨ ਵੱਡੇ ਹਨ? ਇਹ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਦਰਗਾਹ ਦੇ ਵਿੱਚ ਕਿਹਨੂੰ ਢੋਈ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਤੇਰਾ ਪ੍ਰਸ਼ਨ ਹੀ ਗਲਤ ਹੈ। ਅਸਲ ਦੇ ਵਿੱਚ ਨਾ ਕੋ ਹਿੰਦੂ ਨਾ ਮੁਸਲਮਾਨ, ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ। ਸਾਰੇ ਕੁਦਰਤ ਕੇ ਸਭ ਬੰਦੇ, ਸਾਰੇ ਤਾਂ ਉਸ ਕੁਦਰਤ ਦੇ ਬਣਾਏ ਹੋਏ, ਰੱਬ ਦੇ ਬਣਾਏ ਹੋਏ ਸਾਰੇ ਬੰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਬਚਨ ਕੀਤਾ, ਕਿਹਾ ਕਿ ਇਹ ਜੋ ਸਰੀਰ ਹੈ, ਸਰੀਰ ਕਰਕੇ ਹੀ ਧਰਮ ਦਾ ਸੰਬੰਧ ਹੁੰਦਾ। ਬਾਰੀ ਜੋ ਧਰਮ ਆਪਾਂ ਧਾਰਨ ਕਰਦੇ ਹਾਂ, ਉਹ ਸਰੀਰ ਕਰਕੇ ਹੀ ਸੰਬੰਧ ਹੁੰਦਾ ਹੈ। ਤੇ ਜਦੋਂ ਸਰੀਰ ਖਤਮ ਹੋ ਜਾਵੇ, ਜਾਤ ਜਨਮ ਨਾ ਆਗੈ ਜਾਏ, ਜਿੱਥੈ ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ। ਮਹਾਰਾਜ ਜੀ ਨੇ ਕਿਹਾ, ਇਹ ਜਾਤ ਤੇ ਇਹ ਧਰਮ ਜਿਹੜਾ ਹੈ, ਇਹ ਸਭ ਕੁਝ ਇੱਥੇ ਰਹਿ ਜਾਵੇਗਾ। ਜਿੱਥੇ ਲੇਖਾ ਮੰਗਦੇ ਹਾਂ, ਉੱਥੇ ਜੇ ਤੂੰ ਸੱਚ ਦੀ ਕਮਾਈ ਕੀਤੀ ਤਾਂ ਤੂੰ ਉੱਥੇ ਅੱਪੜ ਸਕਦਾ, ਪਹੁੰਚ ਸਕਦਾ। ਇਹ ਮਹਾਰਾਜ ਜੀ ਦਾ ਪਾਵਨ ਉਪਦੇਸ਼ ਨੂੰ ਸੁਣ ਕਰਕੇ ਸੈਦ ਖਾਂ ਗਦਗਦ ਹੋ ਗਿਆ। ਮਹਾਰਾਜ ਜੀ ਦੇ ਚਰਨ ਸਪਰਸ਼ ਕਰਨੇ ਕੀਤੇ, ਕਹਿੰਦਾ ਮਹਾਰਾਜ ਆਪ ਜੀ ਖੁਦ ਖੁਦਾ ਹੋ। ਖੁਦਾ ਨੇ ਨੂਰ ਧਾਰਨ ਕਰਕੇ, ਰੂਪ ਧਾਰਨ ਕਰਕੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ। ਆਪ ਨਾਰਾਇਣ ਨੇ ਕਲਾ ਧਾਰਨ ਕਰਕੇ ਜਗਤ ਦੇ ਵਿੱਚ ਪਰਵਿਰਤ ਹੋਣਾ ਕੀਤਾ। ਇੰਜ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਇਹ ਭੌਰਾ ਬਣ ਗਿਆ। ਮਹਾਰਾਜ ਜੀ ਨੂੰ ਆਪਣਾ ਪੀਰ ਧਾਰਨ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਦਾ ਇਹ ਪਿਆਰਿਓ ਸਿੱਖ ਬਣ ਗਿਆ ਹੈ। ਫਿਰ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਪਣੇ ਨਗਰ ਨੂੰ ਜਾਂਦਾ, ਉੱਥੇ ਇੱਕ ਇਹਦਾ ਮਿੱਤਰ ਜਿਹੜਾ ਹੈ, ਉਹਦਾ ਨਾਮ ਸੀ ਉਬਾਰੇ ਖਾਨ। ਉਬਾਰੇ ਖਾਂ ਉਹ ਵੀ ਰੱਬ ਦਾ ਪਿਆਰਾ ਸੀ। ਜਦੋਂ ਉਹ ਆਇਆ, ਸੈਦ ਖਾਂ ਨੂੰ ਉਹਨੇ ਮਿਲਣਾ ਕੀਤਾ। ਸੈਦ ਖਾਂ ਨੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਚਰਚਾ ਕੀਤੀ ਹੈ, ਉਸਤਤੀ ਕੀਤੀ, ਸੁਣ ਕਰਕੇ ਤੇ ਆ ਜਿਹੜਾ ਹੈ ਉਬਾਰੇ ਖਾਂ ਇਹ ਵੀ ਸੜ ਬੜ ਗਿਆ ਤੇ ਕਹਿੰਦਾ, ਸੈਦ ਖਾਨ ਤੂੰ ਮੁਸਲਮਾਨ ਹੈ ਤੇ ਮੁਸਲਮਾਨਾਂ ਦੀ ਕਿਸੇ ਦੀ ਤੂੰ ਵਡਿਆਈ ਕਰਨਾ ਕਰ, ਕਿਸੇ ਪੀਰ ਦੀ ਤੂੰ ਵਡਿਆਈ ਕਰ, ਕਿਉਂਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਉਹ ਤਾਂ ਮੁਸਲਮਾਨ ਵੀ ਨਹੀਂ ਹਨ। ਤੂੰ ਐਵੇਂ ਉਹਨਾਂ ਦੀ ਉਸਤਤੀ ਕਰਦਾ, ਇਹ ਤਾਂ ਸ਼ਰੀਆ ਦੇ ਵਿਰੁੱਧ ਹੈ। ਤੇ ਕਹਿੰਦਾ, ਮਿੱਤਰਾ ਮੈਂ ਤੈਨੂੰ ਕੀ ਦੱਸਣਾ ਕਰਾਂ, ਇਹ ਸ਼ਰੀਆ ਤੋਂ ਬਹੁਤ ਉੱਪਰ ਹਨ, ਉਹ ਤਾਂ ਖੁਦ ਖੁਦਾ ਹਨ, ਖੁਦਾ ਦੇ ਰੂਪ ਹਨ। ਇੰਜ ਜਦੋਂ ਬਚਨ ਕੀਤਾ, ਆਪ ਉਬਾਰੇ ਖਾਂ ਸਤਿਗੁਰੂ ਮਹਾਰਾਜ ਜੀ ਦੇ ਫਿਰ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ। ਆਉਂਦੇ ਸਾਥੀ ਸਲਾਮ ਵਾਲੇ ਕੌਮ ਇਹਨੇ ਪੇਸ਼ ਕਰਨੀ ਕੀਤੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿ ਕਰਕੇ ਇਹਨੇ ਉਹੀ ਚਰਚਾ ਕਰਨੀ ਕੀਤੀ, ਮਹਾਰਾਜ ਆਪ ਦੀ ਦੱਸੋ ਕੌਣ ਵੱਡਾ ਏ, ਕੌਣ ਛੋਟਾ ਏ, ਕਿਹਨੂੰ ਦਰਗਾਹ ਦੇ ਵਿੱਚ ਥਾਂ ਮਿਲਦੀ ਹੈ, ਕੌਣ ਸਵਰਗਾਂ ਨੂੰ ਜਾਂਦਾ, ਕੌਣ ਨਰਕਾਂ ਨੂੰ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਇਹਦੀ ਜਦੋਂ ਤਸੱਲੀ ਕਰਾ ਦਿੱਤੀ, ਇਹਦੇ ਤਾਂ ਹੀ ਉਪਦੇਸ਼ ਦੇਣਾ ਕੀਤਾ ਗਿਆ ਕਿ ਭਾਈ ਸਿਰਫ ਜਾਤ ਕਰਕੇ ਕੋਈ ਬੰਦਾ ਦਰਗਾਹ ਤੱਕ ਨਹੀਂ ਪਹੁੰਚ ਸਕਦਾ। ਮਹਾਰਾਜ ਜੀ ਨੇ ਕਿਹਾ, ਪ੍ਰੇਮਾ ਭਗਤੀ ਧਾਰਨ ਕਰਨਾ ਕਰ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨ ਰਾਤ ਉਹ ਪ੍ਰਮਾਤਮਾ ਦਾ ਜੋ ਤੂੰ ਨਾਮ ਜਪਦਾ, ਖੁਦਾ ਕਹਿ ਲੈ ਜਾਂ ਅੱਲਾ ਕਹਿ ਲੈ, ਰਾਮ ਕਹਿ ਲੈ, ਵਾਹਿਗੁਰੂ ਕਹਿ ਲੈ, ਸਤਨਾਮ ਬੋਲਦੇ
ਲੇਕਿਨ ਇਹ ਸਾਰੇ ਨਾਮ ਹੈ ਤਾਂ ਰੱਬ ਦੇ ਹਨ, ਉਹਦਾ ਤੂੰ ਸਿਮਰਨ ਕਰਨਾ ਕਿਹਾ। ਮਹਾਰਾਜ ਜੀ ਨੇ ਜਿਹੜੇ ਸਾਧੂ ਹਨ, ਜੋ ਮਹਾਂਪੁਰਖ ਹਨ, ਸਤ ਸੰਗਤ ਦੇ ਵਿੱਚ ਆ ਕਰਕੇ ਤੂੰ ਜੁੜਨਾ ਕਰ, ਇਹਦੇ ਨਾਲ ਭਾਈ ਤੇਰਾ ਉਧਾਰ ਹੋਵੇਗਾ। ਇਹ ਮਹਾਰਾਜ ਜੀ ਨੇ ਪਾਵਨ ਉਪਦੇਸ਼ ਦਿੱਤਾ। ਆਓ ਪਿਆਰਿਓ, ਅੱਗੇ ਸਤਿਗੁਰੂ ਮਹਾਰਾਜ ਔਰ ਉਪਦੇਸ਼ ਕੀ ਦ੍ਰਿੜ ਕਰਵਾਉਂਦੇ ਹਨ, ਇਹ ਸਾਖੀ ਕਿਸ ਤਰ੍ਹਾਂ ਵਰਤਦੀ ਹੈ, ਤੇ ਆਓ ਆਪਾਂ ਉਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਇਤਿਹਾਸ ਨੂੰ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਰਤ ਬਾਦ ਧੂਪ ਖਪ ਜਾਏ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਉਬਾਰੇ ਖਾਨ। ਆ ਜੋ ਝਗੜਾ ਜਿਹੜਾ ਹੈ ਨਾ, ਵਾਦ ਵਿਵਾਦ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ, ਹਰ ਕਿਸੇ ਦਾ ਪਿਆਰਿਓ, ਜੋ ਅਖੌਤੀ ਧਾਰਮਿਕ ਲੋਕ ਹੁੰਦੇ ਹਨ, ਧਰਮ ਤਾਂ ਪਿਆਰਿਓ ਇਹ ਸਿਖਾਉਂਦਾ ਹੈ। ਮਹਾਰਾਜ ਤਾਂ ਇਹ ਕਹਿੰਦੇ ਹਨ, ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਿਹਦੇ ਨਾਲ ਵੀ ਭਾਈ ਵਾਦ ਵਿਵਾਦ ਜਿਹੜਾ ਨਹੀਂ ਕਰਨਾ ਚਾਹੀਦਾ। ਲੇਕਿਨ ਆਪਾਂ ਕੀ ਕਰਦੇ ਹਾਂ, ਜਿੱਥੇ ਜਾਂਦੇ ਹਾਂ ਪਿਆਰਿਓ, ਉੱਥੇ ਆਪਾਂ ਸਿਰਫ ਵਾਦ ਵਿਵਾਦ ਕਰਦੇ ਹਾਂ। ਜੋ ਬੰਦਾ ਵਾਦ ਵਿਵਾਦ ਦੇ ਪਾਸੇ ਲੱਗ ਜਾਵੇ ਨਾ, ਸਮਝ ਲਿਓ ਕਿ ਇਹ ਉਹ ਰੱਬ ਦੇ ਪਾਸੋਂ ਟੁੱਟ ਜਾਂਦਾ। ਅੱਜ ਹਰ ਕੋਈ ਜਿਹੜਾ ਹੈ ਇਹਨੂੰ ਹੀ ਧਾਰਮਿਕ ਚਰਚਾ ਕਰਕੇ ਵਾਦ ਵਿਵਾਦ ਕਰਨਾ, ਬਹਿਸਮਬਾਜ਼ੀ ਕਰਨੀ ਹੈ, ਵਾਦ ਵਿਤੰਡਾ ਖੜਾ ਕਰ ਦੇਣਾ, ਸਿਰਫ ਇਹਨੂੰ ਹੀ ਕਹਿੰਦੇ ਕਿ ਭਾਈ ਇਹ ਹੀ ਧਾਰਮਿਕਤਾ ਹੈ। ਅੱਜ ਪਿਆਰਿਓ, ਆਪਾਂ ਦੂਜਿਆਂ ਦੀ ਕੀ ਗੱਲ ਕਰਨਾ ਕਰੀਏ। ਆਪਣੇ ਵੀ ਜਿਹੜੇ ਹਨ, ਜੋ ਗੁਰੂ ਕੇ ਸਿੱਖ ਹਨ, ਜਾਂ ਜਿਹੜੇ ਵਿਦਵਾਨ ਸੱਜਣ ਆਦਿਕ, ਜਾਂ ਆਪਣੇ ਨਾਮ ਦੀ ਮਸ਼ਹੂਰੀ ਕਰਾਉਣ ਵਾਸਤੇ ਕੀ ਕਰਦੇ ਹਨ, ਸਦਾ ਕੋਈ ਨਾ ਕੋਈ ਕਿੰਤੂ ਪਰੰਤੂ ਦਾ ਵਿਸ਼ਾ ਜਿਹੜਾ ਹੈ ਉਹਨੂੰ ਚੁੱਕ ਲੈਣਾ। ਜੇ ਪਿਆਰਿਓ ਤੁਹਾਡੇ ਮਨ ਦੇ ਵਿੱਚ ਕਿੰਤੂ ਪਰੰਤੂ ਆ ਜਾਵੇ ਨਾ, ਤੇ ਕਿੰਤੂ ਪਰੰਤੂ ਵਾਲਾ ਬੰਦਾ ਹਰ ਕਿਸੇ ਦੇ ਉੱਤੇ ਉਹ ਕਟਾਖ ਕਰਦਾ, ਉਹਨੂੰ ਕੋਈ ਚੀਜ਼ ਨਹੀਂ ਭਾਉਂਦੀ ਹੈ, ਹਰ ਚੀਜ਼ ਦੇ ਉੱਤੇ ਉਹ ਕਟਾਖ ਕਰਦਾ। ਕਈ ਤਾਂ ਪਿਆਰਿਓ ਇੰਨਾ ਜ਼ਿਆਦਾ ਹੈ ਗੁਰੂ ਕੇ ਸਿੱਖ ਹੀ ਹਨ, ਗੁਰੂ ਕਾ ਬਾਣਾ ਉਹਨਾਂ ਨੇ ਧਾਰਨ ਕਰਨਾ ਕੀਤਾ, ਲੇਕਿਨ ਕਿੰਤੂ ਪਰੰਤੂ ਦੇ ਵਿੱਚ ਆਪਣੇ ਨਾਮ ਦੀ ਮਸ਼ਹੂਰੀ ਕਰਾਉਣ ਵਾਸਤੇ ਲੋਕਾਂ ਦੇ ਮਨ ਦੇ ਵਿੱਚ ਭਰਮ ਪਾ ਦੇਣਾ ਹੈ। ਭਰਮ ਕਹਿਣਾ ਕਿ ਭਾਈ ਗੁਰੂ ਘਰ ਦੇ ਵਿੱਚ ਜਾ ਕਰਕੇ ਮੱਥਾ ਟੇਕਣ ਦੀ ਵੀ ਲੋੜ ਨਹੀਂ ਹੈ। ਭਾਈ ਤੁਸੀਂ ਮੱਥਾ ਟੇਕਦੇ ਹੋ, ਕਈ ਵਾਰੀ ਤੁਹਾਡੀ ਪਗੜੀ ਜਿਹੜੀ ਹੈ, ਦਸਤਾਰ, ਉਹ ਝੂਠੀ ਹੋ ਜਾਂਦੀ ਹੈ। ਲੋਕਾਂ ਦੀ ਉੱਥੇ ਜੋ ਸੰਗਤ ਆਉਂਦੀ ਹੈ, ਚਰਨ ਧੂੜ ਉਹ ਲੱਗ ਜਾਂਦੀ ਹੈ, ਇਹਦੇ ਨਾਲ ਤਾਂ ਬੇਦਬੀ ਹੈ। ਇਸ ਤਰ੍ਹਾਂ ਪਿਆਰਿਓ ਊਲ ਫਜੂਲ ਕੁਝ ਵੀ ਬੋਲੀ ਜਾਣਾ, ਕੁਝ ਵੀ ਵਾਦ ਵਿਟੰਡਾ ਖੜਾ ਕਰ ਦੇਣਾ ਕਿ ਭਾਈ ਤੂੰ ਕਿੱਥੇ ਜਾ ਕਰਕੇ ਮੱਥਾ ਟੇਕ ਰਿਹਾ, ਇੱਥੇ ਕੀ ਕਰਨਾ ਹੈ, ਉੱਥੇ ਕੀ ਕਰਨਾ ਹੈ। ਕਿ ਗੁਰੂ ਕੇ ਸਰੋਵਰ ਜਿਹੜੇ ਹਨ, ਨਿਤ ਪਿਆਰਿਓ ਆਪਾਂ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਦੁਨੀਆ ਦੇ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ, ਗੁਰੂ ਕਾ ਖਾਲਸਾ, ਗੁਰੂ ਕੀ ਸੰਗਤ ਵਸਦੀ ਹੈ, ਉਹ ਇਹੀ ਅਰਦਾਸ ਕਰਦੇ ਹਨ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਬੁੱਧ ਵਿਵੇਕ ਰਹਿਤ ਰੱਛਾ ਦਾਨ। ਖਾਲਸੇ ਜੀ ਕੋ श्री अमृतसर साहब जी के दर्शनी स्नान, श्री गुरु ग्रंथ साहब जी के पाठ दर्शन दीदार का ध्यान धर के खालसा जी साहिब बोलो जी श्री वाहिगुरु। दरबार साहिब अमृतसर साहिब महाराज जी दे चरनां विच नित गुरु का सिख अरदास करदा कि महाराज कोई सबब बख्शो मैनू कि मैनू अमृतसर दा इशनान प्राप्त हो जावे, श्री दरबार साहब जी दे दर्शन हो जाण ते गुरु ग्रंथ साहब जी महाराज जी दे मैनू दर्शन हो जाण।
ਜਾਂ ਮੈਂ ਗੁਰਬਾਣੀ ਦਾ ਜਾਪ ਕਰਨਾ ਕਰਾਂ, ਇਹ ਅਰਦਾਸ ਕਰਦੇ। ਲੇਕਿਨ ਪਿਆਰਿਓ, ਕਈ ਕੀ ਕਰਦੇ ਹਨ, ਸਾਡੇ ਧਾਰਮਿਕ ਅਸਥਾਨਾਂ ਤੋਂ ਤੋੜਨ ਦੇ ਵਾਸਤੇ ਕਹਿ ਦਿੰਦੇ ਕਿ ਭਾਈ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਭਾਈ ਕੋਈ ਲਾਭ ਨਹੀਂ ਹੈ। ਗੁਰੂ ਘਰ ਦੇ ਵਿੱਚ ਕਿਉਂ ਜਾ ਕਰਕੇ ਮੱਥਾ ਟੇਕਦੇ ਹੋ? ਆਪਣੇ ਘਰ ਦੇ ਵਿੱਚ ਹੀ ਮੱਥਾ ਟੇਕ ਲਿਓ। ਰੱਬ ਉਹ ਗੁਰੂ ਘਰ ਦੇ ਵਿੱਚ ਥੋੜੀ ਰਹਿੰਦਾ, ਰੱਬ ਤਾਂ ਹਿਰਦੇ ਵਿੱਚ ਰਹਿੰਦਾ। ਇਸ ਤਰ੍ਹਾਂ ਪਿਆਰਿਓ, ਕੁਛ ਵੀ ਊਲ ਫਜੂਲ ਜਿਹੜਾ ਹੈ ਉਹ ਗੱਲ ਤੋਰ ਕਰਕੇ ਹੁਣ ਹਜੂਰ ਸਾਹਿਬ ਦੇ ਵਿੱਚ ਵੀ ਪਿਆਰਿਓ ਕਈ ਜਿਹੜੇ ਹਨ ਤਰਕਵਾਦੀ ਲੋਕ, ਆਪਾਂ ਕਹਿ ਲਈਏ ਸ਼ੰਕਾਵਾਦੀ ਲੋਕ, ਕੁਛ ਵੀ ਨਹੀਂ ਹੁੰਦਾ। ਲੇਕਿਨ ਕੁਛ ਇਹੋ ਜਿਹੇ ਲੋਕ ਜਿਹੜੇ ਹਨ ਉਹ ਕੀ ਕਰਦੇ ਹਨ, ਕੋਈ ਨਾ ਕੋਈ ਕਿੰਤੂ ਪਰੰਤੂ ਪਾ ਦੇਣੀ ਹੈ, ਜਿਹਦੇ ਨਾਲ ਗੁਰੂ ਕੇ ਸਿੱਖ ਜਿਹੜੇ ਆਮ ਕੱਚੇ ਪਿੱਲੇ ਜਿਹੜੇ ਉਹ ਗੁੰਮਰਾਹ ਹੋ ਜਾਂਦੇ ਹਨ। ਉਹਨਾਂ ਨੂੰ ਕਹਿ ਦੇਣਾ ਭਾਈ ਇੱਥੋਂ ਦੀ ਮਰਿਆਦਾ ਵੱਖਰੀ ਹੈ। ਪਿਆਰਿਓ, ਇਹ ਮਰਿਆਦਾ ਜਿਹੜੀ ਆ ਕਿਸੇ ਨੇ ਵੀ ਨਹੀਂ ਬਣਾਈ ਹੈ, ਕਿਉਂਕਿ ਇਹ ਮਰਿਆਦਾ ਸੀਨਾ ਬਾ ਸੀਨਾ ਜਿਸ ਤਰ੍ਹਾਂ ਚੱਲੀ ਆਉਂਦੀ ਸੀ ਉਸ ਤਰ੍ਹਾਂ ਹੀ ਇਹ ਮਰਿਆਦਾ ਚਲੀ ਆ ਰਹੀ ਹੈ। ਤੇ ਐਵੇਂ ਹਰ ਚੀਜ਼ ਦੇ ਉੱਤੇ ਪਿਆਰਿਓ ਕਿੰਤੂ ਪਰੰਤੂ ਕਰਨਾ, ਇਹ ਨਾ ਸਮਝਣਾ ਕਰੋ ਕਿ ਸਿਰਫ ਤਖਤ ਸਾਹਿਬ ਜੀ ਦੇ ਉੱਤੇ ਕਿੰਤੂ ਪਰੰਤੂ ਕਰਦੇ ਹਨ। ਇਹੋ ਜਿਹੇ ਇਹ ਸ਼ੰਕਾਵਾਦੀ ਲੋਕ ਭਾਵੇਂ ਦਰਬਾਰ ਸਾਹਿਬ ਚਲ ਜਾਣ, ਉੱਥੇ ਵੀ ਜਾ ਕਰਕੇ ਇਹਨਾਂ ਦਾ ਕੰਮ ਹੀ ਹੈ ਕਿੰਤੂ ਪਰੰਤੂ ਕਰਨਾ ਹੈ, ਵਾਦ ਵਿਵਾਦ ਕਰਨਾ। ਆਪ ਤਾਂ ਪਿਆਰਿਓ ਸਿੱਖੀ ਤੋਂ ਇਹ ਲੋਕ ਟੁੱਟੇ ਹੋਏ ਹਨ। ਦੂਜੇ ਜਿਹੜੇ ਭੋਲੇ ਭਾਲੇ ਲੋਕ ਜਿਹੜੇ ਉਹਨਾਂ ਨੂੰ ਵੀ ਇਹ ਸਿੱਖੀ ਤੋਂ ਤੋੜਨ ਦਾ ਯਤਨ ਕਰਦੇ ਹਨ। ਕੁਛ ਵੀ ਇੱਕ ਵਾਰੀ ਇੱਕ ਸ਼ੋਸ਼ਾ ਜਿਹਾ ਖੜਾ ਕਰ ਦੇਣਾ, ਚਾਰ ਲੋਕ ਇਸ ਪਾਸੇ ਹੋ ਜਾਂਦੇ, ਚਾਰ ਲੋਕ ਇਸ ਪਾਸੇ ਹੋ ਜਾਂਦੇ, ਆਪਸ ਦੇ ਵਿੱਚ ਪਿਆਰਿਓ ਝਗੜਾ ਪੈ ਜਾਂਦਾ। ਲੇਕਿਨ ਨੁਕਸਾਨ ਜਿਹੜਾ ਸਿੱਖੀ ਦਾ ਹੋ ਰਿਹਾ ਹੈ। ਇਸ ਕਰਕੇ ਪਿਆਰਿਓ ਮਹਾਂਪੁਰਖ ਜਿਹੜੇ ਹਨ ਉਹ ਕਿਹਾ ਕਰਦੇ ਸਨ ਕਿ ਭਾਈ ਹਰ ਕਿਸੇ ਥਾਂ ਦੀ ਆਪਣੀ ਆਪਣੀ ਵੱਖਰੀ ਮਰਿਆਦਾ ਹੈ। ਜਿੱਥੇ ਵੀ ਜਾਂਦੇ ਹਨ ਆਪਾਂ ਤੇ ਕਦੇ ਉਥੋਂ ਦੀ ਮਰਿਆਦਾ ਦੇ ਬਾਬਤ ਕਟਾਕਸ਼ ਨਹੀਂ ਕਰਨਾ ਚਾਹੀਦਾ। ਜੇ ਆਪਾਂ ਮਰਿਆਦਾ ਦੇ ਬਾਬਤ ਹਰ ਥਾਂ ਦੀ, ਜਿਸ ਤਰ੍ਹਾਂ ਤਖਤ ਸਾਹਿਬ ਜੀ ਦੀ, ਹਜੂਰ ਸਾਹਿਬ ਜੀ ਦੀ ਆਪਣੀ ਵੱਖਰੀ ਪਰੰਪਰਾ ਹੈ, ਵੱਖਰੀ ਮਰਿਆਦਾ ਹੈ, ਤੇ ਆਪ ਜੀ ਚੱਲ ਜਾਓ ਸ਼੍ਰੀ ਦਰਬਾਰ ਸਾਹਿਬ ਜੀ ਦੀ ਵੱਖਰੀ ਮਰਿਆਦਾ ਹੈ। ਤੇ ਹੈ ਪਿਆਰਿਓ ਉਹੀ ਸ਼੍ਰੋਮਣੀ ਪ੍ਰਬੰਧਕ ਕਮੇਟੀ, ਲੇਕਿਨ ਆਪ ਜੀ ਦਰਬਾਰ ਸਾਹਿਬ ਤੋਂ ਸਿਰਫ ਬਾਹਰ ਆ ਜਾਓ, ਅੱਗੇ ਜਿਹੜਾ ਖਾਲਸੇ ਦਾ ਅਕਾਲ ਤਖਤ ਜੋ ਹੈ, ਸਰਵੋੱਚ ਤਖਤ ਹੈ, ਉੱਥੇ ਚੱਲ ਜਾਓ, ਉਥੋਂ ਦੀ ਮਰਿਆਦਾ ਵੱਖਰੀ ਹੈ। ਫਿਰ ਕਿਉਂਕਿ ਪਿਆਰਿਓ ਕਦੇ ਵੀ ਹਰ ਥਾਂ ਦੀ ਮਰਿਆਦਾ ਵੱਖਰੀ ਹੈ। ਸਾਨੂੰ ਹਰ ਮਰਿਆਦਾ ਦਾ ਸਤਿਕਾਰ ਕਰਨਾ ਚਾਹੀਦਾ। ਜੇ ਆਪਾਂ ਵਾਦ ਵਿਵਾਦ ਦੇ ਵਿੱਚ ਪੈ ਜਾਂਦੇ ਆ, ਮਹਾਰਾਜ ਜੀ ਨੇ ਇੱਥੇ ਬਚਨ ਕੀਤਾ ਨਾ, ਵਾਦ ਵਿਵਾਦ ਕਰਨ ਵਾਲਾ ਪਿਆਰਿਓ ਉਹ ਖੱਪ ਜਾਂਦਾ, ਉਹ ਗਰਕ ਜਾਂਦਾ, ਉਹ ਕਿਸੇ ਪਾਸੇ ਪਹੁੰਚਦਾ ਨਹੀਂ ਹੈ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਾਂ ਕਈ ਇਹੋ ਜਿਹੇ ਅਖੌਤੀ ਵਿਦਵਾਨ ਹਨ, ਆਪਣਾ ਨਾਮ ਚਮਕਾਉਣ ਦੇ ਵਾਸਤੇ ਕੀ ਕਰਦੇ, ਕੋਈ ਨਾ ਕੋਈ ਇਹੋ ਜਿਹਾ ਜੋ ਟੌਪਿਕ ਜਿਹੜਾ ਹੈ, ਇਹੋ ਜਿਹਾ ਕੋਈ ਮਰਿਆਦਾ ਦੇ ਬਾਬਤ ਜਾਂ ਕਿਸੇ ਵੀ ਵਸਤੂ ਦੇ ਬਾਬਤ ਉਹ ਸ਼ੋਸ਼ਾ ਛੇੜ ਦੇਣਾ। ਇੱਕ ਵਾਰੀ ਚਰਚਾ ਸ਼ੁਰੂ ਹੋ ਗਈ ਹੈ, ਆਪਸ ਦੇ ਵਿੱਚ ਬਹਿਸਮਬਾਜ਼ੀ ਹੋ ਜਾਂਦੀ। ਲੇਕਿਨ ਪਿਆਰਿਓ ਇਹਦੇ ਨਾਲ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਆਮ ਜੋ ਕਹਿਣ ਵਾਲੇ ਜਿਹੜੇ ਟੁੱਟੇ ਹੋਏ ਹਨ, ਜੋ ਕੇਸਾਂ ਦੀ ਬੇਅਦਬੀ ਕਰਦੇ, ਉਹ ਤਾਂ ਕਹਿੰਦੇ ਲਓ ਭਾਈ ਅਸੀਂ ਵਧੀਆ ਚੰਗੇ ਆ, ਤੁਸੀਂ ਤਾਂ ਗੁਰਦੁਆਰਿਆਂ ਦੇ ਵਿੱਚ ਵੀ ਜਾ ਕਰਕੇ ਲੜਦੇ ਹੋ, ਝਗੜਦੇ ਹੋ, ਤੁਹਾਡਾ ਤਾਂ ਆਈ ਬਹਿਸਮਬਾਜ਼ੀ ਚੱਲਦੀ ਹੈ, ਇਹ ਮਰਿਆਦਾ ਉਹ ਮਰਿਆਦਾ ਨਹੀਂ। ਪਿਆਰਿਓ ਜਿਹੜਾ ਗੁਰੂ ਕਾ ਖਾਲਸਾ ਹੈ, ਗੁਰੂ ਕਾ ਸਿੰਘ, ਉਹ ਇਸ ਵਾਦ ਵਿਵਾਦ ਦੇ ਵਿੱਚ ਕਦੇ ਨਹੀਂ ਪੈਂਦਾ, ਨੂੰ ਸ਼ਰਧਾ ਦੇ ਫੁੱਲ ਚੜਾਉਂਦਾ। ਜੇ ਭਾਵੇਂ ਉਹ ਦਰਬਾਰ ਸਾਹਿਬ ਚੱਲ ਜਾਵੇ, ਉਥੋਂ ਦੀ ਮਰਿਆਦਾ ਨੂੰ ਵੀ ਉਹ ਸ਼ਰਧਾ ਦੇ ਫੁੱਲ ਚੜਾਉਂਦਾ। ਨਿਹੰਗ ਸਿੰਘਾਂ ਦੇ ਕੋਲ ਚੱਲ ਜਾਵੇ, ਟਕਸਾਲੀ ਮਹਾਂਪੁਰਖਾਂ ਦੇ ਕੋਲ ਚੱਲ ਜਾਵੇ, ਨਾਨਕਸਰੀਆਂ ਦੇ ਕੋਲ ਚੱਲ ਜਾਵੇ, ਉਹ ਕਿੰਤੂ ਪਰੰਤੂ ਨਹੀਂ ਕਰਦੇ ਹਨ। ਬਿਨ ਮਗ ਪਾਏ ਨਰਕ ਸਿਧਾਏ, ਜਿਨ੍ਹਾਂ ਨੂੰ ਰਾਸਤਾ ਅਸਲੀ ਜੋ ਪ੍ਰਮਾਤਮਾ ਦਾ ਰਾਸਤਾ ਪ੍ਰਾਪਤ ਨਹੀਂ ਹੁੰਦਾ, ਉਹੀ ਵਾਦ ਵਿਵਾਦ ਦੇ ਵਿੱਚ ਲੱਗਦੇ। ਤੇ ਜਿਹੜਾ ਵੀ ਪਿਆਰਿਓ ਕੰਨ ਖੋਲ ਕੇ ਸਰਵਣ ਕਰਨਾ ਚਾਹੀਦਾ,
ਮਹਾਰਾਜ ਜੀ ਕਹਿੰਦੇ ਕਿ ਜਿਹੜਾ ਵਾਦ ਵਿਵਾਦ ਦੇ ਵਿੱਚ ਲੱਗ ਜਾਂਦਾ ਭਾਈ, ਸਮਝ ਲਿਓ ਉਹਦੇ ਵਾਸਤੇ ਨਰਕਾਂ ਦੇ ਦਰਵਾਜ਼ੇ ਖੁੱਲ ਗਏ। ਭਰਮੇ ਭੂਲੇ ਆਵਹਿ ਜਾਈ। ਉਹ ਭਰਮ ਦੇ ਵਿੱਚ ਭੁੱਲੇ ਹੋਏ ਲੋਕ ਉਹ ਆਉਂਦੇ ਹਨ ਜਨਮ ਧਾਰਨ ਕਰਕੇ ਤੇ ਮਰ ਕਰਕੇ ਬੇਗਤੀ ਦੇ ਨਾਲ ਉਹ ਚੱਲ ਜਾਂਦੇ। ਸਤਿਗੁਰ ਮਿਲੈ ਤਾਂ ਦੇਹ ਬਤਾਈ। ਜੇ ਸਤਿਗੁਰੂ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਹੈ ਪਿਆਰਿਓ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਵਸ ਰਹਿ ਹਿਰਦੈ ਗੁਰ ਚਰਨ ਪਿਆਰੇ। ਕਿ ਫਿਰ ਜਿਨ੍ਹਾਂ ਨੂੰ ਜਿਹੜੇ ਭੂਲੇ ਵਿਅਕਤੀ ਜਿਹੜੇ ਹਨ ਤੇ ਉਹਨਾਂ ਨੂੰ ਜਦੋਂ ਗੁਰੂ ਮਿਲ ਜਾਵੇ ਤੇ ਸੱਚਾ ਮਾਰਗ ਸਤਿਗੁਰੂ ਮਹਾਰਾਜ ਉਹਨਾਂ ਨੂੰ ਦੱਸ ਦਿੰਦੇ ਹਨ। ਦੋਹਰਾ ਸੁਨਤ ਉਬਾਰੇ ਖਾਨ ਕੋ, ਪ੍ਰੇਮ ਭਇਓ ਮਨ ਆਏ। ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਸੁਣ ਕਰਕੇ ਇਹ ਦੂਜਾ ਮੁਸਲਮਾਨ ਵੀਰ ਜਿਹੜਾ ਹੈ, ਉਬਾਰੇ ਖਾਂ ਜਿਹਦਾ ਨਾਮ ਹੈ, ਉਹ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ। ਮਹਾਰਾਜ ਜੀ ਦਾ ਪ੍ਰੇਮ ਉਹਦੇ ਹਿਰਦੇ ਵਿੱਚ ਜਾਗਰਤ ਹੋ ਗਿਆ। ਕਹਿ ਤਪਾ ਜੀ ਚਰਨ ਨਿਜ, ਮੋਕੋ ਦਰਸ ਦਿਖਾਏ। ਕਹਿੰਦਾ ਸਤਿਗੁਰੂ ਮਹਾਰਾਜ ਐ ਤਪਾ ਜੀ, ਨਾਨਕ ਤਪਾ ਜੀ ਕਿਰਪਾ ਕਰਨਾ ਕਰੋ, ਤੁਹਾਡੇ ਦਰਸ਼ਨ ਤਾਂ ਕੀ ਕਰਨੇ ਤੁਹਾਡੇ, ਮੈਂ ਜੇ ਚਰਨਾਂ ਦੇ ਦਰਸ਼ਨ ਕਰ ਲਵਾਂ ਨਾ, ਆ ਚਰਨ ਆਪ ਜੀ ਨੇ ਪਿੱਛੇ ਕਰਕੇ ਕਿਉਂ ਰੱਖਣੇ ਕੀਤੇ ਮੰਜੀ ਸਾਹਿਬ ਦੇ, ਆਪ ਚਰਨ ਅੱਗੇ ਕਰੋ ਮਹਾਰਾਜ, ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਾਓ। ਮੈਂ ਆਪ ਜੀ ਦੇ ਚਰਨਾਂ ਦੇ ਉੱਤੇ ਮੈਂ ਨਤਮਸਤਕ ਹੋਣਾ ਚਾਹੁੰਦਾ ਹਾਂ। ਚੌਪਈ ਜੈਸਾ ਸ਼ਰਵਨ ਸੁਨਿਓ ਮੈਂ ਤੁਮਕੋ। ਕਹਿੰਦਾ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪਈ ਸੀ ਆਪ ਜੀ ਦੇ ਬਾਬਤ, ਕੰਨਾਂ ਦੇ ਰਾਹੀਂ ਜਿਸ ਤਰ੍ਹਾਂ ਮੈਨੇ ਸਰਵਣ ਕੀਤਾ ਸੀ, ਤੈਸੇ ਦਰਸ ਭਇਓ ਬਿਨ ਗਮ ਕੋ। ਬਸ ਹੁਣ ਤਾਂ ਕੋਈ ਗਮ ਨਹੀਂ ਰਿਹਾ ਮਹਾਰਾਜ, ਉਹੀ ਮੈਨੂੰ ਦਰਸ਼ਨ ਹੋ ਰਹੇ ਹਨ। ਸੁਣਿਆ ਸੀ ਆਪ ਜੀ ਖੁਦਾ ਦੇ ਰੂਪ ਹੋ, ਅੱਜ ਪ੍ਰਤੱਖ ਵੇਖ ਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਰਿਹਾ। ਮੈਂ ਖੁਦ ਗਵਾਹੀ ਦੇ ਕੇ ਕਹਿ ਸਕਦਾ ਗੁਰੂ ਨਾਨਕ ਦੇਵ ਖੁਦ ਖੁਦਾ ਹਨ। ਤੇ ਕਹਿੰਦਾ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜਿਸ ਤਰ੍ਹਾਂ ਮੈਂ ਸੁਣਿਆ ਸੀ ਨਾ, ਉਸ ਤਰ੍ਹਾਂ ਹੀ ਮਹਾਰਾਜ ਆਪ ਜੀ ਦੇ ਦਰਸ਼ਨ ਹੋ ਰਹੇ ਹਨ। ਮੋਰ ਮਨੋਰਥ ਪੂਰਹੁ ਸੁਆਮੀ। ਹੱਥ ਜੋੜ ਕੇ ਕਹਿੰਦਾ ਕਿ ਐ ਸੁਆਮੀ, ਮੇਰਾ ਮਨੋਰਥ ਜਿਹੜਾ ਆਪ ਜੀ ਪੂਰਾ ਕਰਨਾ ਕਰੋ, ਕਰਹੁ ਕਿਰਤਾਰਥ ਅੰਤਰਜਾਮੀ। ਮੈਨੂੰ ਕਿਰਤਾਰਥ ਕਰਨਾ ਕਰੋ ਹੈ ਅੰਤਰਜਾਮੀ ਸਤਿਗੁਰੂ। ਆਸਨ ਕਰ ਅਸੀਨ ਸ਼੍ਰੀ ਨਾਨਕ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਕੀ ਕਰਨਾ ਕੀਤਾ, ਸਤਿਗੁਰੂ ਮਹਾਰਾਜ ਉਸ ਵੇਲੇ ਆਸਣ ਦੇ ਉੱਤੇ ਆਸੀਨ ਸਨ, ਬੈਠੇ ਹੋਏ ਸਨ। ਸਭ ਸ਼ਰੀਰ ਪਰ ਵਸਤਰ ਸੋ ਤਾਨਕ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਵਸਤਰ ਜਿਹੜਾ ਹੈ ਪੂਰਾ ਵਸਤਰ ਕਜਨਾ ਕੀਤਾ। ਸੁਨੀ ਬਿਨੈ ਕਰੁਣਾ ਨਿਧ ਜਬ ਹੀ। ਕਰੁਣਾ ਨਿਧਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਬਾਰੇ ਖਾਂ ਦਾ ਜਦੋਂ ਬਚਨ ਸੁਣਿਆ ਹੈ, ਨਿਜ ਪਗ ਬਹਿਰ ਨਿਕਾਸੇ ਤਬ ਹੀ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਚਰਨ ਕਮਲਾਂ ਨੂੰ ਬਾਹਰ ਕਰਨਾ ਕੀਤਾ। ਕਿਉਂਕਿ ਪਿਆਰਿਓ ਵੱਡਾ ਸਾਰਾ ਜਦੋਂ ਆਪਾਂ ਚੋਲਾ ਪਾਉਂਦੇ ਆ ਜਾਂ ਆਪਾਂ ਬੁੱਕਲ ਦੇ ਵਿੱਚ ਜਾਂ ਕੋਈ ਵਸਤਰ ਲੈਂਦੇ ਆ, ਸ਼ਾਲ ਆਦਿਕ ਲਪੇਟਦੇ ਆ, ਇਹਦੇ ਨਾਲ ਪਿਆਰਿਓ ਪੂਰਾ ਸਰੀਰ ਜਿਹੜਾ ਢੱਕਿਆ ਜਾਂਦਾ। ਹੋ ਸਕਦਾ ਸਤਿਗੁਰੂ ਮਹਾਰਾਜ ਜੀ ਨੇ ਕੰਬਲ ਦੀ ਬੁੱਕਲ ਮਾਰਨੀ ਕੀਤੀ ਸੀ, ਤੇ ਜਦੋਂ ਇਹਨੇ ਬੇਨਤੀ ਕੀਤੀ ਨਾ ਮਹਾਰਾਜ ਕਿਰਪਾ ਕਰੋ ਆਪਣੇ ਚਰਨ ਬਾਹਰ, ਜਿਨ ਕੋ ਮਨ ਜਨ ਧਿਆਨ ਧਰਤ ਹੈ। ਇਹ ਉਹ ਚਰਨ ਹਨ ਕਵੀ ਰਾਜ ਜੀ ਕਹਿੰਦੇ ਕਿ ਵੱਡੇ ਵੱਡੇ ਜਾਂ ਕੋ ਜੋਗੀ ਜਤੀ ਸੇਵ ਸਾਧਕ ਅਨੇਕ ਤਪ, ਜਟਾਂ ਝੂਠ ਭੇਗ ਕੀਏ ਫਿਰਤ ਉਦਾਸ ਕਾਓ। ਵੱਡੇ ਵੱਡੇ ਜੋਗੀ ਜਟਾ ਧਾਰੀ ਮੁਨਜਨ ਆਦਿਕ ਜਿਸ ਚਰਨਾਂ ਦਾ ਧਿਆਨ ਧਾਰਨ ਕਰਦੇ, ਸੁਰ ਸੁਰਿੰਦ ਜਹ ਨਮੋ ਕਰਤ ਹੈ। ਸੁਰ ਕਹਿੰਦੇ ਦੇਵਤੇ, ਦੇਵਤਿਆਂ ਦਾ ਰਾਜਾ, ਸਾਰੇ ਜਿਹਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਹਨ। ਸਿੱਖ ਸੇਵਕ ਜਹ ਅਨੇਕ ਉਧਾਰ। ਜਿਸ ਚਰਨ ਕਮਲਾਂ ਨੇ ਅਨੇਕ ਸਿੱਖ ਸੇਵਕਾਂ ਦਾ ਉਧਾਰ ਕਰਨਾ ਕੀਤਾ। ਕਵੀ ਤਿਨ ਪਰ ਜਾਵਤ ਬਲਹਾਰੇ। ਕਵੀ ਰਾਜ ਜੀ ਵੀ ਕਹਿੰਦੇ ਇਹੋ ਜਿਹੇ ਚਰਨ ਜਿਹੜੇ ਮਹਾਰਾਜ ਜੀ ਨੇ ਬਾਹਰ ਕਰਨੇ ਕੀਤੇ, ਉਹਨਾਂ ਚਰਨਾਂ ਕਮਲਾਂ ਦੇ ਉੱਤੋਂ ਮੈਂ ਵੀ ਵਾਰੇ ਜਾਂਦਾ ਹਾਂ, ਬਲਹਾਰੇ ਜਾਂਦਾ ਹਾਂ। ਦੋਹਰਾ
ਹੋਰਾ ਮਗਨ ਪ੍ਰੇਮ ਮੈਂ ਹੋਏ ਕਰ ਤਬੈ ਉਚਾਰੇ ਖਾਨ। ਹੁਣ ਪ੍ਰੇਮ ਦੇ ਵਿੱਚ ਮਗਨ ਹੋ ਕਰਕੇ ਉਬਾਰੇ ਖਾਨੇ ਅਗੋਂ ਬਚਨ ਕਰਨਾ ਕੀਤਾ। ਸਿਰ ਧਰ ਜਾਣਿਓ ਸਫਲ ਨਿਜ ਚਰਨ ਗਹੇ ਨਿਜ ਪਾਨ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਫਿਰ ਪਿਆਰਿਓ ਚੰਗੀ ਤਰ੍ਹਾਂ ਉਹਨੇ ਘੁੱਟ ਕੇ ਫੜ ਲੈਣਾ ਕੀਤਾ ਤੇ ਫੜ ਕਰਕੇ ਆਪਣਾ ਜਿਹੜਾ ਹੈ ਸਤਿਗੁਰ ਚਰਨੀ ਜਾਏ, ਸੀਸ ਨਿਵਾਇਆ, ਗੁਰ ਚਰਨੀ ਚਿਤ ਲਾਏ, ਮੱਥਾ ਲਾਇਆ। ਇਹ ਮਰਿਆਦਾ ਹੈ ਤੇ ਮਰਿਆਦਾ ਮੁਤਾਬਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰ ਚਰਨੀ ਚਿਤ ਜਾਏ, ਮੱਥਾ ਲਾਇਆ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਇਹਨੇ ਆਪਣਾ ਮੱਥਾ ਰੱਖ ਦਿੱਤਾ, ਮੱਥਾ ਟੇਕਣਾ ਕੀਤਾ। ਚੌਪਈ ਲੋਚਨ ਮੁਖ ਪਰ ਨਿਜ ਕਰ ਦੋ। ਫਿਰ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਰਗੜ ਕਰਕੇ ਉਹ ਹੱਥ ਜਿਹੜਾ ਹੈ ਆਪਣੇ ਪੂਰੇ ਮੂੰਹ ਦੇ ਉੱਤੇ, ਅੱਖਾਂ ਦੇ ਉੱਤੇ ਤੇ ਮੂੰਹ ਦੇ ਉੱਤੇ ਇਹਨੇ ਫੇਰਨਾ ਕੀਤਾ। ਇਹ ਪਿਆਰਿਓ ਚਰਨ ਬੰਦਨਾ ਜੋ ਹੈ, ਮੱਥਾ ਟੇਕਣਾ ਜਿਹਨੂੰ ਆਪਾਂ ਬੋਲਦੇ ਨਾ, ਇਹ ਮਰਿਆਦਾ ਹਿੰਦੂਆਂ ਦੇ ਵਿੱਚ, ਸਿੱਖਾਂ ਦੇ ਵਿੱਚ, ਸਾਡੇ ਹਿੰਦੁਸਤਾਨ ਦੇ ਵਿੱਚ ਜੋ ਧਰਮ ਪੈਦਾ ਹੋਏ ਉਹਨਾਂ ਦੇ ਵਿੱਚ ਇਹ ਮਰਿਆਦਾ ਹੈ। ਆਪ ਜੀ ਦੇਖੋ ਇਸਲਾਮੀ ਮਤ ਦੇ ਵਿੱਚ, ਯਹੂਦੀਆਂ ਦੇ ਵਿੱਚ ਜਾਂ ਆਪਣੇ ਈਸਾਈਆਂ ਦੇ ਵਿੱਚ ਪਿਆਰਿਓ ਇਹ ਮਰਿਆਦਾ ਨਹੀਂ ਹੈ। ਉਹ ਕੀ ਕਰਦੇ ਹਨ, ਜਿਹਦੇ ਨਾਲ ਜਿਹੜਾ ਉਹਨਾਂ ਦਾ ਵਲੀ ਹੁੰਦਾ, ਸਤਿਕਾਰਯੋਗ ਹੁੰਦਾ ਨਾ, ਉਹਦਾ ਹੱਥ ਫੜ ਕਰਕੇ ਹੱਥ ਨੂੰ ਬੋਸਤੀ ਦਿੰਦੇ ਹਨ। ਬੋਸਤੀ ਮਤਲਬ ਉਹਦਾ ਹੱਥ ਜਿਹੜਾ ਉਹਨੂੰ ਚੁੰਮਣਾ। ਉਹ ਸਿਜਦਾ ਨਹੀਂ ਕਰਦੇ। ਕੋਈ ਵੀ ਬੰਦਾ ਭਾਵੇਂ ਕੋਈ ਵੱਡਾ ਕਿਉਂ ਨਾ ਹੋਵੇ, ਉਹਦਾ ਹੱਥ ਵਿੱਚ ਲੈ ਕਰਕੇ ਉਹਨੂੰ ਚੁੰਮਦੇ ਹਨ। ਇਹ ਉਹਨਾਂ ਦਾ ਸਤਿਕਾਰ ਹੁੰਦਾ। ਲੇਕਿਨ ਸਤਿਗੁਰੂ ਮਹਾਰਾਜ, ਕਿਉਂਕਿ ਮੁਸਲਮਾਨ ਜਿਹੜਾ ਜਦੋਂ ਵੀ ਸਿਰ ਨਿਵਾਉਂਦਾ ਨਾ, ਉਹ ਖੁਦਾ ਦੇ ਅੱਗੇ ਹੀ ਨਿਵਾਉਂਦਾ, ਖੁਦਾ ਦੇ ਅੱਗੇ ਹੀ ਉਹ ਮੱਥਾ ਟੇਕਦਾ, ਸਿਰ ਰਗੜਦਾ। ਇਹਨੇ ਖੁਦਾ ਜਾਣ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ। ਫੀਰਤ ਭਾ ਹਰਖਤ ਉਰਸੂ। ਮਨ ਦੇ ਵਿੱਚ ਬਹੁਤ ਪ੍ਰਸੰਨ ਗਦਗਦ ਹੋ ਕਰਕੇ ਮਹਾਰਾਜ ਜੀ ਦੇ ਚਰਨ ਧੂੜ ਮੁਖ ਮਸਤਕ ਲਾਈ। ਮੁਖ ਮਸਤਕ ਦੇ ਉੱਤੇ ਮਹਾਰਾਜ ਜੀ ਦੀ ਚਰਨ ਧੂੜ ਨੂੰ ਲਾ ਰਿਹਾ ਹੈ। ਬਾਰ ਬਾਰ ਜੁਗ ਚੂਮਨ ਕਰਹੀ। ਬਾਰ ਬਾਰ ਕੀ ਕਰਦਾ, ਸਤਿਗੁਰੂ ਮਹਾਰਾਜ ਜੀ ਦੇ ਫਿਰ ਚਰਨਾਂ ਨੂੰ ਆਪਣੀ ਮਤ ਮੁਤਾਬਕ ਚੁੰਮਦਾ ਵੀ ਹੈ। ਮਨ ਹੋ ਮਹਾ ਮੋਹ ਕੋ ਦਰਹੀ। ਇੰਜ ਲੱਗਦਾ ਕਿ ਜਿਸ ਤਰ੍ਹਾਂ ਕੋਈ ਬਹੁਤ ਜਿਹਦੇ ਨਾਲ ਪ੍ਰੇਮ ਹੋਵੇ ਨਾ, ਇੱਕ ਪ੍ਰੇਮੀ ਆਪਣੇ ਦੂਜੇ ਪ੍ਰੇਮੀ ਦੇ ਨਾਲ ਕਿਸ ਤਰ੍ਹਾਂ ਪ੍ਰੇਮ ਦੇ ਨਾਲ ਮਿਲਦਾ, ਇਸ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਨਿਜ ਸਰੂਪ ਕੀ ਲਖਤਾ ਹੋਈ। ਤਦੋਂ ਪਿਆਰਿਓ ਮਹਾਰਾਜ ਜੀ ਦੀ ਕਿਰਪਾ ਹੋ ਗਈ, ਆਪਣਾ ਨਿਜ ਸਰੂਪ ਦੀ ਇਹਨੂੰ ਲਖਤਾ ਹੋਈ ਹੈ। ਨਾਸਿਓ ਹੁਤੋ ਭਰਮ ਉਰਜੋਈ। ਮਨ ਦੇ ਵਿੱਚ ਜੋ ਭਰਮ ਪਿਆ ਹੋਇਆ ਸੀ ਨਾ, ਉਹ ਸਾਰੇ ਭਰਮ ਇਹਦੇ ਨਿਵਰਤ ਹੋ ਗਏ। ਧਰ ਕੇ ਸ਼ਰਧਾ ਭਇਓ ਨਿਹਾਲਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਧਾ ਧਾਰਨ ਕਰਕੇ ਉਬਾਰੇ ਖਾਨ ਨਿਹਾਲ ਹੋ ਗਿਆ। ਭਵ ਬੰਧਨ ਛੂਟੇ ਜਮਜਾਲਾ। ਕਵੀ ਰਾਜੀ ਕਹਿੰਦੇ ਭਵ ਬੰਧਨ, ਸੰਸਾਰ ਦੇ ਬੰਧਨ, ਜਮਾ ਦੇ ਜਾਲ ਦੇ ਵਿੱਚ ਜੋ ਸੀ ਨਾ, ਉਹ ਸਾਰੇ ਛੁੱਟ ਗਏ। ਭੁਜੰਗ ਛੰਦ ਘਟੀ ਚਾਰ ਬੈਸਿਓ ਕਹੈ ਯੋ ਉਬਾਰਾ। ਬਾਅਦ ਵਿੱਚ 4 ਕੜੀਆਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਦੁਦਾਰ ਹੋ ਗਿਆ, ਉਹਦੇ ਮੈਨੂੰ ਦਰਸ਼ਨ ਹੋਏ ਹਨ। ਹਿਰਦੇ ਸ਼ਾਂਤ ਪਾਈ ਗਇਓ ਮੋਹ ਦੂਰਮ। ਜਦੋਂ ਆਪ ਜੀ ਦੇ ਦਰਸ਼ਨ ਕਰਨੇ ਕੀਤੇ, ਚਰਨਾਂ ਦੇ ਉੱਤੇ ਸੀਸ ਰੱਖ ਕਰਕੇ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਸੁਖ ਉਪਜੇ ਵਾਜੇ ਅਨਹਦ ਧੂਰੇ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਭੈਜ ਸਵਾਰੀ। ਤੇ ਮਹਾਰਾਜ ਕਿਰਪਾ ਹੋਈ ਹੈ, ਮੇਰੇ ਮਨ ਦੇ ਵਿੱਚ ਸ਼ਾਂਤ ਆ ਗਈ ਹੈ, ਮੋਹ ਜਿਹੜਾ ਦੂਰ ਹੋ ਗਿਆ। ਦੁਖੰ ਨਾਸ਼ਕਾਰੀ ਤੂੰ ਹੀ ਰੂਪ ਰੂਰੰ। ਆਪ ਜੀ ਦਾ ਦੁੱਖ ਦੇ ਨਾਸ਼ ਕਰਤਾ ਹੋ ਤੇ ਆਪ ਜੀ ਦਾ ਸੋਹਣਾ ਸਰੂਪ ਹੈ। ਸਭਈਆ ਆਇਸ ਦੇਹ ਅਬੈ ਮੁਝ ਕੋ। ਕਹਿੰਦਾ ਮਹਾਰਾਜ ਕਿਰਪਾ ਕਰੋ, ਹੁਣ ਮੈਨੂੰ ਆਗਿਆ ਦੇਣਾ ਕਰੋ। ਨਿਜ ਧਾਮ ਕੋ ਜਾਏ ਬਹੋਰ ਸੋ ਆਉ। ਆਪਣੇ ਘਰ ਨੂੰ ਜਾ ਕਰਕੇ, ਕਿਉਂਕਿ ਕੋਈ ਕੰਮ ਦੇ ਵਿੱਚ ਉਲਝਿਆ ਹੋਇਆ ਸੀ, ਸਿੱਧਾ ਮੈਂ ਉਹ ਕੰਮ ਪੂਰਾ ਕਰਾਂ ਤੇ ਤੁਰੰਤ ਮੈਂ ਆਪ ਜੀ ਦੇ ਕੋਲ
ਫਿਰ ਦੁਬਾਰਾ ਆ ਜਾਵਾਂ। ਦੀਨ ਦਿਆਲ ਕਰੋ ਕਰੁਣਾ, ਕਿਰਪਾ ਕਰੋ ਮਹਾਰਾਜ ਐ ਦੀਨ ਦਿਆਲ ਸਤਿਗੁਰੂ ਜੀਓ ਮੇਰੇ ਉੱਤੇ ਕਿਰਪਾ ਕਰਨਾ ਕਰੋ। ਔਰ ਰਾਵਰ ਧਿਆਨ ਨਹੀਂ ਬਿਸਰਾਉ, ਆਪ ਜੀ ਦੇ ਔਰ ਰਾਵਰ ਧਿਆਨ ਮੇਰੇ ਹਿਰਦੇ ਵਿੱਚ ਆਪ ਜੀ ਦਾ ਧਿਆਨ ਕਦੇ ਨਾ ਵਿਸਰੇ ਮਹਾਰਾਜ। ਹੋ ਜਗ ਕੇ ਕਰਤਾ ਹਰਤਾ, ਆਪ ਜੀ ਮਹਾਰਾਜ ਜਗਤ ਦੇ ਕਰਤਾ ਹਰਤਾ ਹੋ। ਨਿਜ ਨਾਮ ਦਿਜੈ ਗਰ ਭੂਖਨ ਪਾਉ, ਆਪ ਜੀ ਦਾ ਨਾਮ ਜਿਹੜਾ ਹੈ ਨਾਮ ਦੀ ਦਾਤ ਮੈਨੂੰ ਦੇਣਾ ਕਰੋ। ਤੇ ਆਪ ਜੀ ਨੇ ਕਿਹਾ ਸੀ ਨਾ ਭੂਖਨ ਨਾਮ ਕੰਠ ਮੈਂ ਧਰੈ, ਤੇ ਨਾਮ ਦਾ ਜੋ ਗਹਿਣਾ ਜਿਹੜਾ ਹੈ ਗੁਰੂ ਕਾ ਸਿੱਖ ਆਪਣੇ ਕੰਠ ਦੇ ਵਿੱਚ ਜਿਹੜਾ ਹੈ ਕੰਠ ਰਮਣੀਆਂ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਨੀ, ਜੀਹ ਭਣਜੋ ਉੱਤਮ ਸ਼ਲੋਕ ਉਧਰਣੰ ਨੈਣ ਨੰਦਨੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਕਿਰਪਾ ਕਰੋ ਮਹਾਰਾਜ ਆਪ ਜੀ ਆਪਣੇ ਨਾਮ ਰੂਪੀ ਜਿਹੜਾ ਹੀਰਾ ਹੈ ਉਹ ਮੈਨੂੰ ਦੇਣਾ ਕਰੋ, ਮੈਂ ਉਹਨੂੰ ਆਪਣੇ ਕੰਠ ਦੇ ਵਿੱਚ ਹਿਰਦੇ ਵਿੱਚ ਧਾਰਨ ਕਰਨਾ ਕਰਾਂ। ਦੇਖ ਦੀਦਾਰ ਨਿਹਾਲ ਪਇਓ, ਮਹਾਰਾਜ ਜੀ ਨੂੰ ਕਹਿੰਦਾ ਆਪ ਜੀ ਦਾ ਦੀਦਾਰ ਕਰਕੇ ਮੈਂ ਨਿਹਾਲ ਹੋਇਆ ਹਾਂ। ਲੀਏ ਰਜਾਏ ਬਿਨਾ ਨ ਸਿਧਾਉ, ਹੁਣ ਆਪ ਜੀ ਦੀ ਆਗਿਆ ਤੋਂ ਬਗੈਰ ਮਹਾਰਾਜ ਮੈਂ ਵਾਪਸ ਨਹੀਂ ਜਾ ਸਕਦਾ ਹਾਂ। ਆਪ ਜੀ ਆਗਿਆ ਦਿਓ ਤਾਂ ਮੈਂ ਜਾਵਾਂ, ਘਰ ਵਿੱਚ ਜਾ ਕਰਕੇ ਆਪਣਾ ਕੰਮ ਕਰਕੇ ਫਿਰ ਦੁਬਾਰਾ ਆ ਜਾਵਾਂ। ਭੁਜੰਗ ਪ੍ਰਿਆਤ ਛੰਦ ਗੁਰੂ ਜੀ ਕਹਿਓ ਤਿਆਰ ਹੋਇਓ ਆਹਾਰਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਬਾਰੇ ਖਾਂ ਕੋਈ ਗੱਲ ਨਹੀਂ ਹੈ ਭਾਈ, ਤੂੰ ਆਇਆ ਇੰਨੇ ਦੂਰੋਂ, ਚੱਲ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੋਇਆ, ਤੂੰ ਪ੍ਰਸ਼ਾਦਾ ਛਕਣਾ ਕਰ। ਕਰੋ ਖਾਬ ਨੂੰ ਫੇਰ ਜਈਐ ਉਬਾਰਾ, ਆ ਕਰਕੇ ਤੂੰ ਪ੍ਰਸ਼ਾਦਾ ਛਕ, ਬਾਅਦ ਵਿੱਚ ਤੂੰ ਉਬਾਰੇ ਖਾਨ ਆਪਣੇ ਘਰ ਨੂੰ ਚੱਲ ਜਾਵੇਂ। ਨਿਰੰਕਾਰ ਕੀਨੀ ਦਇਆ ਤੋਰ ਹੂੰ ਪੈ, ਕਹਿੰਦਾ ਸਤਿਗੁਰੂ ਮਹਾਰਾਜ ਜੀ ਉਹਨੂੰ ਕਹਿੰਦੇ ਕਿ ਨਿਰੰਕਾਰ ਕੀਨੀ, ਨਿਰੰਕਾਰ ਨੇ ਤੇਰੇ ਉੱਤੇ ਦਇਆ ਕੀਤੀ ਹੈ ਭਾਈ। ਬੰਧਿਓ ਬੰਧ ਛੂਟਿਓ ਕਰਿਓ ਮੋਹ ਹੂੰ ਪੈ, ਤੇ ਤੇਰੇ ਜਿਹੜੇ ਬੰਧਨ ਜਿਹੜੇ ਹਨ ਉਹ ਛੋਟੇ ਜਿਹੜੇ ਹਨ, ਤੇ ਮੋਹ ਜਿਹੜਾ ਹੈ ਉਹਦੀ ਵੀ ਨਿਵਰਤੀ ਹੋ ਗਈ ਹੈ। ਉਸ ਵੇਲੇ ਇਹਨੇ ਬਾਤ ਕੀ, ਉਸ ਵੇਲੇ ਇਹਨੇ ਬਾਤ ਨਹੀਂ ਬਾਜੀ, ਜਿੱਥੇ ਜਿੱਥੇ ਜੋ ਆਹਾਰ ਹੈ ਨਾ, ਜੋ ਮਿਲ ਰਿਹਾ ਹੈ, ਜੋ ਪ੍ਰਸ਼ਾਦਾ ਸਾਨੂੰ ਪ੍ਰਾਪਤ ਹੋ ਰਿਹਾ ਸਤਿਗੁਰੂ ਮਹਾਰਾਜ ਦਾਨ ਦੇਣ ਵਾਲੇ ਤੇ ਆਪ ਜੀ ਹੋ, ਇੱਕ ਦਾਤਾਰ ਆਪ ਜੀ ਹੀ ਹੋ, ਇੱਕ ਆਬਾਦੀਰ ਸੋਲ ਹੈ ਜਾਚਕ, ਇੱਕ ਆਪ ਜੀ ਮਾਲਕ ਹੋ, ਦਾਨ ਦੇਣ ਵਾਲੇ ਹੋ। ਬਾਕੀ ਜਿਹੜੇ ਸਾਡੇ ਗੁਰੂ ਮਹਾਰਾਜ ਸਾਰੇ ਜਾਚਕ ਹਨ, ਸਾਡੇ ਜਾਚਕ ਹਨ, ਜਾਚਕ ਲੋਕ ਜਿਹੜੇ ਹਨ ਇਹ ਜਾਤ ਮੰਗੋ ਬਜਾਏ ਪਿਆਰਿਆ, ਦੇਣ ਹਾਰ ਦਾ ਕਾਰਿਆ, ਨਿਤ ਦੇਣਿਆ ਨਿਫਰਦਾ ਜਾਈ, ਪੂਰਤਾ ਕੋਲ ਭੰਡਾਰਿਆ, ਨਾਨਕ ਸ਼ਬਦ ਆਰਿਆ ਤੇ ਨਾਮ ਸ਼ਬਦਾਰਿਆ। ਮਹਾਰਾਜ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਉਣਾ, ਭਗਤ ਜਨਾ ਕੈ ਸੰਗ ਪਾਪ ਗਮਾਉਣਾ। ਮਹਾਰਾਜ ਤੂੰ ਦਾਤਾਰ ਹੈ, ਤੇਰਾ ਦਿੱਤਾ ਅਸੀਂ ਛਕ ਰਹੇ ਹਾਂ। ਪਿਆਰਿਓ ਗੁਰਮੁਖ ਜਨ, ਤੇ ਇੱਕ ਗੱਲ ਜਿਹੜੀ ਹੈ ਯਾਦ ਆ ਗਈ ਹੈ, ਕਦੇ ਕਿਹਦੇ ਕੋਲ ਜਦੋਂ ਜਾਂਦੇ ਨਾ ਤੇ ਫਿਰ ਕੋਈ ਜਾ ਕਰਕੇ ਉਹਨਾਂ ਨੂੰ ਬੋਲੇ ਕਿ ਆਓ ਜੀ ਪ੍ਰਸ਼ਾਦਾ ਛਕ ਲਿਓ ਤਿਆਰ ਹੈ, ਉਹ ਅੱਗੋਂ ਬੜੇ ਪ੍ਰੇਮ ਨਾਲ ਜਵਾਬ ਦਿੰਦੇ ਸਨ, ਕਹਿੰਦੇ ਕੋਈ ਗੱਲ ਨਹੀਂ ਹੈ ਜੀ, ਇੱਥੇ ਵੀ ਤੁਹਾਡਾ ਹੀ ਖਾਂਦੇ ਆ, ਰੱਬ ਦਾ ਹੀ ਦਿੱਤਾ ਖਾਂਦੇ ਆ, ਘਰ ਦੇ ਵਿੱਚ ਵੀ ਤਾਂ ਰੱਬ ਦਾ ਦਿੱਤਾ ਖਾਂਦੇ ਆ। ਮਹਾਰਾਜ ਜੀ ਨੇ ਇਹਨੂੰ ਕਿਹਾ ਨਾ ਭਾਈ ਪ੍ਰਸ਼ਾਦਾ ਤਿਆਰ ਹੋ ਗਿਆ, ਤੂੰ ਪ੍ਰਸ਼ਾਦਾ ਛਕ ਕੇ ਜਾਵੇਂ। ਤੇ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਜਿੱਥੇ ਵੀ ਮੈਂ ਛਕਦਾ ਨਾ, ਤੇ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਨਾ, ਦਾਤਾ ਦੇਣ ਵਾਲਾ ਤੂੰ ਹੀ ਹੈ, ਤੇਰਾ ਲੈ ਕਰਕੇ ਅਸੀਂ ਛਕਦੇ ਹਾਂ। ਟੂਟਕ ਛੰਦ ਅਬ ਆਇਸ ਦੇਹੁ ਚਲੈ ਸਦਨਾ, ਕਹਿੰਦਾ ਸਤਿਗੁਰੂ ਮਹਾਰਾਜ ਹੁਣ ਆਗਿਆ ਦਿਓ, ਮੈਂ ਆਪਣੇ ਘਰ ਨੂੰ ਜਾਵਾਂ। ਪੁਨ
ਤੂਰਨ ਆਨ ਪਿਖਾਉ ਬਦਨਾ। ਫਿਰ ਤੁਰੰਤ ਮੈਂ ਵਾਪਸ ਆ ਕਰਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨਾ ਕਰਾਂ। ਕਹਿ ਲੀਨ ਖੁਸ਼ੀ ਨਿਜ ਧਾਮ ਇਸ ਗਇਓ। ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਲੈ ਕਰਕੇ ਵਾਪਸ ਆਪਣੇ ਇਹ ਧਾਮ ਨੂੰ ਘਰ ਨੂੰ ਚੱਲ ਗਿਆ ਹੈ। ਉਰ ਸ੍ਰੀ ਗੁਰੂ ਕੋ ਜਸ ਧਾਰ ਲਿਓ। ਆਪਣੇ ਹਿਰਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜਸ ਇਹਨੇ ਧਾਰਨ ਕਰਨਾ ਕੀਤਾ। ਸਬਈਆ ਏਕ ਫਕੀਰ ਸੋ ਆਦਰ ਰਹਿਮਾਨ। ਇੱਕ ਜਿਹੜਾ ਹੈ ਪਿਆਰਿਓ ਫਕੀਰ, ਜਿਹੜਾ ਇੱਕ ਸਾਧੂ ਮੁਸਲਮਾਨੀ ਦਰਵੇਸ਼, ਉਹਦਾ ਨਾਮ ਹੈ ਅਬਦੁਰਹਿਮਾਨ। ਅਸਲ ਦੇ ਵਿੱਚ ਇਹਦਾ ਨਾਮ ਸੀ ਅਬਦੁਲ ਰਹਿਮਾਨ, ਲੇਕਿਨ ਕਵਿਤਾ ਦੇ ਵਿੱਚ ਕਵੀ ਰਾਜੀ ਨੇ ਅਬਦੁਰਹਿਮਾਨ ਕਰਕੇ ਇਹਨੂੰ ਵਰਣਨ ਕਰਨਾ ਕੀਤਾ। ਨਾਮ ਇਹਦਾ ਸੀ ਅਬਦੁਲ ਰਹਿਮਾਨ। ਇੱਕ ਅਬਦੁਲ ਰਹਿਮਾਨ ਜਿਹੜਾ ਫਕੀਰ ਹੈ, ਮਿਲਿਓ ਤਹਿ ਕੋ ਤਬ ਜਾਏ ਉਬਾਰਾ। ਤੇ ਜਦੋਂ ਵਾਪਸ ਉਬਾਰੇ ਖਾਂ ਜਾ ਰਿਹਾ ਸੀ ਨਾ, ਤੇ ਅਬਦੁਲ ਰਹਿਮਾਨ ਨਾਮਕ ਫਕੀਰ ਆ ਕਰਕੇ ਇਹਨੂੰ ਉਬਾਰੇ ਖਾਨ ਨੂੰ ਮਿਲਿਆ ਹੈ। ਜਿਸ ਕੀ ਜਗ ਮੈਂ ਮਨਤਾ ਬੋਹ। ਜਿਹਦੀ ਜਗਤ ਦੇ ਵਿੱਚ ਅਬਦੁਲ ਰਹਿਮਾਨ ਦੀ ਬਹੁਤ ਜ਼ਿਆਦੀ ਮਨੌਤ ਹੈ, ਬਹੁਤ ਜ਼ਿਆਦੀ ਮੰਨਤਾ ਹੈ। ਬਹੁਤ ਲੋਕ ਜਿਹਨੂੰ ਮੰਨਦੇ ਸਨ, ਜਿਹਦੀ ਆਗਿਆ ਦੇ ਵਿੱਚ ਚੱਲਦੇ ਸਨ। ਜਾਏ ਸਮੀਪ ਸਲਾਮ ਉਚਾਰਾ। ਉਹਦੇ ਕੋਲ ਜਦੋਂ ਇਹ ਗਿਆ ਨਾ, ਅਬਦੁਲ ਰਹਿਮਾਨ ਦੇ ਕੋਲ ਉਬਾਰੇ ਖਾਨ, ਆਪਣੀ ਮਤ ਮੁਤਾਬਕ ਉਹਨੇ ਸਲਾਮ ਉਚਾਰਨ ਕੀਤੀ। ਸ੍ਰੀ ਗੁਰ ਕੇ ਗੁਣ ਭਾਖਤ ਪਾ। ਅਬਦੁਲ ਰਹਿਮਾਨ ਨੇ ਕਿਹਾ, ਆ ਭਾਈ ਉਬਾਰੇ ਖਾਨ, ਆਓ ਬੈਠੋ, ਚੱਲ ਭਾਈ ਕੋਈ ਗੱਲ ਤਾਂ ਕਰਨਾ ਕਰ। ਤੇ ਉਸ ਵੇਲੇ ਇਹਨੂੰ ਤਾਂ ਚੇਟਕ ਲੱਗ ਗਈ ਸੀ ਮਹਾਰਾਜ ਜੀ ਦੇ ਨਾਮ ਦੀ। ਤੇ ਉਬਾਰੇ ਖਾਨ ਨੇ ਕੀ ਕਰਨਾ ਕੀਤਾ, ਉਹ ਗੁਰੂ ਮਹਾਰਾਜ ਜੀ ਦਾ ਜਸ ਗਾਣਾ ਸ਼ੁਰੂ ਕਰ ਦਿੱਤਾ। ਕਹਿੰਦਾ ਕਿ ਅਬਦੁਲ ਰਹਿਮਾਨ ਸੰਤ ਜੀ, ਫਕੀਰ ਸਾਈਂ ਜੀ, ਕੀ ਦੱਸਣਾ ਕਰੀਏ, ਕਲਯੁਗ ਦੇ ਅਵਤਾਰੀ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ। ਪੁਨ ਬੀਚ ਕਲੀ ਪ੍ਰਗਟਿਓ ਅਵਤਾਰਾ। ਕਹਿੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਅਵਤਾਰੀ ਦੇ ਰੂਪ ਦੇ ਵਿੱਚ ਉਹਨਾਂ ਨੇ ਪ੍ਰਗਟ ਹੋਣਾ ਕੀਤਾ। ਭਾਵ ਕਿ ਸਤਿਗੁਰੂ ਜੀ ਕਲਯੁਗ ਦੇ ਅਵਤਾਰ ਹਨ। ਜਾਹੇ ਦੀਦਾਰ ਅਘੀਗਤ ਪਾਵ। ਜਿਨ੍ਹਾਂ ਦੇ ਦਰਸ਼ਨ ਦਿਦਾਰੇ ਕਰਨ ਮਾਤਰ ਸੇ ਹੀ ਵੱਡੇ ਵੱਡੇ ਅਘੀ ਪਾਪੀ ਉਹਨਾਂ ਦੀ ਸਦਗਤੀ ਹੋ ਜਾਂਦੀ ਹੈ। ਜੈਸੋ ਸੁਨਿਓ ਹਮ ਤੈਸੋ ਨਿਹਾਰਾ। ਜਿਸ ਤਰ੍ਹਾਂ ਮੈਂ ਸੁਣਦਾ ਸੀ ਨਾ, ਤੇ ਉਸ ਤਰ੍ਹਾਂ ਮੈਨੂੰ ਵੀ ਯਕੀਨ ਨਹੀਂ ਹੋਇਆ। ਮੈਨੂੰ ਵੀ ਜੋ ਜਿੱਤੋਂ ਮੈਨੂੰ ਇਹਦੀ ਚੇਟਕ ਲੱਗੀ ਸੀ, ਤੇ ਉਹਨੇ ਵੀ ਜਦੋਂ ਇਹ ਬਚਨ ਕਰਨਾ ਕੀਤਾ, ਮਾਲੋ ਸ਼ੇਖ ਨੇ ਜਦੋਂ ਕਿਹਾ ਕਿ ਉਬਾਰੇ ਖਾਨ, ਗੁਰੂ ਨਾਨਕ ਦੀ ਕੀ ਗੱਲ ਕਰਨਾ ਕਰੀਏ, ਉਹ ਤਾਂ ਖੁਦ ਖੁਦਾ ਹਨ। ਮੇਰੇ ਮਨ ਦੇ ਵਿੱਚ ਵੀ ਭਰਮ ਸੀ, ਸ਼ੰਕਾ ਪੈ ਗਈ। ਮੈਨੇ ਕਿਹਾ ਕਿ ਨਹੀਂ ਭਾਈ, ਖੁਦਾ ਥੋੜੀ ਹੋ ਸਕਦਾ। ਲੇਕਿਨ ਜਦੋਂ ਮੈਂ ਜਾ ਕਰਕੇ ਦਰਸ਼ਨ ਕਰਨੇ ਕੀਤੇ ਉਹਨਾਂ ਦੇ, ਤਾਂ ਮੈਂ ਵੀ ਗਰੰਟੀ ਨਾਲ ਕਹਿ ਸਕਦਾ ਹਾਂ, ਜੇ ਖੁਦਾ ਨੂੰ ਵੇਖਣਾ ਤਾਂ ਗੁਰੂ ਨਾਨਕ ਦੇਵ ਦੇ ਵਿੱਚੋਂ ਤੁਸੀਂ ਖੁਦਾ ਦੇ ਦਰਸ਼ਨ ਕਰ ਸਕਦੇ ਹੋ। ਕਿਉਂਕਿ ਖੁਦਾ ਦੇ ਵਿੱਚ ਤੇ ਨਾਨਕ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ। ਟੂਟਕ ਛੰਦ ਸੁਨ ਕੈ ਗੁਣ ਸ਼ੇਖ ਸੋ ਕ੍ਰੋਧ ਭਇਓ। ਜਦੋਂ ਪਿਆਰਿਓ ਗਈ, ਉਹ ਸੜ ਪੜ ਗਿਆ। ਕਿਉਂਕਿ ਲੋਕਾਂ ਨੂੰ ਪਿਆਰਿਓ ਆਪਣੀ ਵਡਿਆਈ, ਆਪਣੇ ਧਰਮ ਦੀ ਵਡਿਆਈ ਭਾਉਂਦੀ ਹੈ। ਜਦੋਂ ਉਹਨਾਂ ਦੀ ਮਤ ਦੀ ਗੱਲ ਹੋਵੇ, ਉਹਨਾਂ ਦੀ ਵਡਿਆਈ ਭਾਵੇਂ ਝੂਠੀ ਕਿਉਂ ਨਾ ਕਰਨਾ ਕਰੋ, ਉਹਨਾਂ ਨੂੰ ਵਧੀਆ ਲੱਗਦਾ। ਲੇਕਿਨ ਕਿਸੇ ਦੂਜੇ ਦੀ ਸੱਚੀ ਵੀ ਵਡਿਆਈ ਕਰਦੇ ਆ, ਉਹਨੂੰ ਅੱਗ ਲੱਗ ਜਾਂਦੀ ਹੈ। ਇਹਨੂੰ ਜਦੋਂ ਅੱਗ ਲੱਗ ਗਈ, ਬਹੁਤ ਜ਼ਿਆਦਾ ਬੈਬਲ ਹੋਇਆ। ਜਸ ਸ੍ਰੀ ਗੁਰ ਬਨ ਤਪਾਏ ਦਇਓ। ਇੰਜ ਲੱਗ ਰਿਹਾ ਕਿ ਜਦੋਂ ਮਹਾਰਾਜ ਜੀ ਦਾ ਉਬਾਰੇ ਖਾਨ ਨੇ ਜਸ ਕਰਨਾ ਕੀਤਾ, ਜਿਸ ਤਰ੍ਹਾਂ ਕਿ ਪਿਆਰਿਓ ਜਿੱਥੇ ਭਾਵਨ ਮੱਚਦੀ ਹੈ, ਬਹੁਤ ਜ਼ਿਆਦੀ ਅੱਗ ਹੋਵੇ, ਉਹਦੇ ਲਾਗੇ ਜਾ ਕਰਕੇ ਕੋਈ ਬੰਦੇ ਨੂੰ ਬਿਠਾ ਦਿਓ, ਤੇ ਉਹਦੀ ਜਿਹੜੀ ਹੈ ਅੱਗ ਦੀ ਤਪਸ਼ ਉਹਨੂੰ ਮਹਿਸੂਸ ਹੁੰਦੀ ਹੈ, ਉਹ ਤਪ ਜਾਂਦਾ, ਉਹ ਲਾਲੋ ਲਾਲ ਹੋ ਜਾਂਦਾ ਹੈ। ਇਸ ਤਰ੍ਹਾਂ ਉਬਾਰੇ ਖਾਂ ਮਹਾਰਾਜ ਜੀ ਦਾ ਜਸ ਕਰ ਰਿਹਾ, ਤੇ ਮਹਾਰਾਜ ਜੀ ਦਾ ਜਸ ਇਹਨੂੰ ਅੱਗ ਦੇ ਵਾਂਗੂ ਚੁੱਭ ਰਿਹਾ, ਅੱਗ ਦੇ ਵਾਂਗੂ ਤਪਾ ਰਿਹਾ ਹੈ। ਬਿਰਹੀ ਜਿਵ ਜੌਨ ਦੁਖਾਤਰ ਕੋ। ਜਿਸ ਤਰ੍ਹਾਂ ਕੋਈ ਬਿਰਹਾਗਨ ਇਸਤਰੀ ਜਿਹੜੀ ਹੈ, ਉਹਨੂੰ ਚੰਦਰਮਾ ਕਿਸ ਤਰ੍ਹਾਂ ਦਿਖਾਉਂਦਾ ਹੈ। ਧਰ ਈਰਖ ਕੋ ਬਚ ਬੋਲਤ ਸੋ। ਫਿਰ ਵੀ ਪਿਆਰਿਓ ਉਹ ਧੀਰਜ ਨੂੰ ਧਾਰ ਈਰਖ ਕੋ ਬਚ ਬੋਲਤ ਸੋ। ਫਿਰ ਈਰਖਾ ਨੂੰ ਧਾਰਨ ਕਰਕੇ ਉਹਨੇ ਬਚਨ ਕਰਨਾ ਕੀਤਾ। ਸੂਰਠਾ ਕੋ ਹੈ ਹਿੰਦ ਪਲੀਤ ਜਿਸ ਕੇ ਗੁਣ ਤੂੰ ਕਹਿਤ ਹੈ। ਉਬਾਰੇ ਖਾਂ ਦਾ ਬਚਨ ਸੁਣ ਕਰਕੇ ਅੱਗੋਂ
ਅਬਦੁਲ ਰਹਿਮਾਨ ਜਿਹੜਾ ਫਕੀਰ ਸੰਤ ਕਹਿੰਦਾ, ਉਹ ਹੈ ਹਿੰਦੂ ਪਲੀਤ। ਪਲੀਤ ਦਾ ਮਤਲਬ ਪਿਆਰਿਓ ਆ ਪਵਿੱਤਰ, ਜਿਹਨੂੰ ਆਪਾਂ ਬੋਲਦੇ ਆ ਮੈਲਾ ਕੁਚੈਲਾ। ਕਹਿੰਦਾ ਉਹ ਕਿਹੜਾ ਹਿੰਦੂ ਹੈ ਭਾਈ, ਅਪਵਿੱਤਰ। ਹਿੰਦੂ ਤਾਂ ਸਾਰੇ ਇਹ ਜਿਹੜੇ ਹਨ ਇਸਲਾਮ ਤੋਂ, ਕਿਉਂਕਿ ਦਾਸ ਨੇ ਪਿਆਰਿਓ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਕਿਉਂਕਿ ਇਹ ਜੋ ਲੋਕ ਹਨ ਕੱਟਰਵਾਦ ਦੀ ਗੁਰਤੀ ਜਿਹੜੀ ਹੈ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਪਿਲਾ ਦਿੱਤੀ ਜਾਂਦੀ ਹੈ। ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਮੁਸਲਮਾਨ ਜਿਹੜੇ ਤਕਰੀਬਨ ਉਹਨਾਂ ਨੂੰ ਇਹੋ ਜਿਹੇ ਕੱਟਰਵਾਦ ਦੀ ਸਿੱਖਿਆ ਦੇ ਦਿੰਦੇ ਹਨ। ਤਾਂ ਹੀ ਤਾਂ ਪਿਆਰਿਓ ਉਹ ਆਪਣਾ ਹੀ ਰਾਗ ਅਲਾਪਦੇ। ਕੋਈ ਵੀ ਜਦੋਂ ਆਪ ਜੀ ਨੂੰ ਦੇਖੋ, ਕਦੇ ਕਈ ਵਾਰੀ ਆਪਾਂ ਸਫ਼ਰ ਵੀ ਕਰਦੇ ਹਾਂ ਟ੍ਰੇਨਾਂ ਦੇ ਵਿੱਚ ਜਾਂ ਜਿੱਥੇ ਵੀ ਸਫ਼ਰ ਕਰਦੇ, ਕਦੇ ਕੋਈ ਮੁਸਲਮਾਨ ਚੰਗਾ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ ਤੇ ਫਿਰ ਵੀ ਪਿਆਰਿਓ ਉਹ ਆਪਣੀ ਚਰਚਾ ਕਰਦੇ ਹਨ, ਆਪਣੀ ਧਰਮ ਦੇ ਬਾਬਤ ਕਹਿਣਾ, ਐਵੇਂ ਬਹਿਸਮਬਾਜ਼ੀ ਕਰੀ ਜਾਣਾ ਦੂਜਿਆਂ। ਚਲੋ ਠੀਕ ਹੈ ਭਾਈ, ਤੂੰ ਮੁਸਲਮਾਨ ਹੈ, ਤੂੰ ਆਪਣੀ ਚਰਚਾ ਕਰ, ਲੇਕਿਨ ਦੂਜਿਆਂ ਦੇ ਉੱਤੇ ਵੀ ਜਿਹੜਾ ਹੈ ਨਾਲ ਬੈਠਿਆਂ ਦੇ ਉੱਤੇ ਵੀ ਬੜਾ ਪ੍ਰਭਾਵ ਪਾਉਂਦੇ ਹਨ। ਇਹੀ ਕਹਿੰਦੇ ਕਿ ਭਾਈ ਸਭ ਤੋਂ ਵੱਡੇ ਮੁਹੰਮਦ ਸਾਹਿਬ, ਇਸਲਾਮ ਸਭ ਤੋਂ ਵੱਡਾ ਹੈ। ਆਪਣੀ ਬਸ ਇਹੀ ਕਰੀ ਜਾਣਾ, ਆਪਣਾ ਹੀ ਗੁਣ ਗਾਈ ਜਾਣੇ ਹਨ, ਇਹੀ ਇਹਨਾਂ ਦਾ ਹੁੰਦਾ ਹੈ। ਲੇਕਿਨ ਕਈ ਵਾਰੀ ਆਪਾਂ ਦੇਖਦੇ ਹਾਂ, ਕਈ ਵਾਰੀ ਆਪਾਂ ਵੀ ਸਫ਼ਰ ਕਰਦੇ ਤੇ ਫਿਰ ਕੀ ਕਰਦੇ ਹਾਂ, ਤੇ ਭਾਵੇਂ ਦੂਜੀ ਤੀਜੀ ਆਪਾਂ ਜਿੰਨੀ ਮਰਜ਼ੀ ਚਰਚਾ ਕਰ ਲੈਂਦੇ ਹਾਂ, ਲੇਕਿਨ ਕਦੇ ਕੋਈ ਸਾਨੂੰ ਬੋਲ ਵੀ ਦਵੇ ਤਾਂ ਵੀ ਆਪਾਂ ਚੁੱਪਚਾਪ ਸੁਣ ਲੈਂਦੇ ਹਾਂ, ਜਰ ਲੈਂਦੇ ਹਾਂ। ਕਿਹਾ ਨਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਗੁਰ ਕੀ ਨਿੰਦਾ ਸੁਣੈ ਨਾ ਕਾਨ। ਗੁਰੂ ਕੀ ਨਿੰਦਾ ਪਿਆਰਿਓ ਕਦੇ ਵੀ ਕੰਨ ਦੇ ਨਾਲ ਨਹੀਂ ਸਰਵਣ ਕਰਨੀ ਚਾਹੀਦੀ ਹੈ। ਜਾਂ ਜਵਾਬ ਦੇ ਸਕਦੇ ਹਾਂ ਤੇ ਬੇਸ਼ੱਕ ਜਵਾਬ ਦਿਓ ਉਹਨਾਂ ਨੂੰ, ਤੇ ਜੇ ਜਵਾਬ ਦੇਣ ਤੋਂ ਅਸਮਰਥ ਹੈ ਤੇ ਉੱਥੋਂ ਉੱਠ ਕੇ ਚੱਲ ਜਾਣਾ ਚਾਹੀਦਾ, ਤੇ ਗੁਰੂ ਕੀ ਨਿੰਦਿਆ ਕਦੇ ਵੀ ਨਹੀਂ ਸੁਣਨੀ ਚਾਹੀਦੀ ਹੈ। ਤੇ ਇਸ ਤਰ੍ਹਾਂ ਬਚਪਨ ਤੋਂ ਹੀ ਇਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਕਿ ਸਿਰਫ ਇਸਲਾਮ ਹੀ ਸਭ ਤੋਂ ਮਹਾਨ ਹੈ, ਬਾਕੀ ਸਾਰੇ ਧਰਮ ਜਿਹੜੇ ਹਨ ਪਲੀਤ ਹਨ, ਅਪਵਿੱਤਰ ਹਨ। ਇਹਨਾਂ ਦੇ ਅੰਦਰ ਇਹਨਾਂ ਨੂੰ ਪਿਆਰਿਓ ਇਹੀ ਸਿੱਖਿਆ ਦਿੰਦੇ ਕਿ ਦੂਜੇ ਤੀਜੇ ਜਿਹੜੇ ਇਹ ਸਾਰੇ ਨਾਸਤਿਕ ਹਨ, ਕਾਫਰ ਹਨ। ਇਹਨੇ ਵੀ ਸਿੱਧਾ ਬਚਨ ਕਰ ਦਿੱਤਾ ਕਿ ਭਾਈ ਤੇਰੀ ਮੱਤ ਮਾਰੀ ਗਈ ਹੈ, ਗੁਰੂ ਨਾਨਕ ਇਹ ਮੁਸਲਮਾਨ ਹੈ। ਉਹ ਕਹਿੰਦਾ ਨਹੀਂ ਜੀ ਮੁਸਲਮਾਨ ਨਹੀਂ ਹੈ, ਤੇ ਮੁਸਲਮਾਨ ਨਹੀਂ ਹੈ ਤੇ ਤੂੰ ਉਹਦਾ ਜਸ ਗਾ ਰਿਹਾ, ਲੱਗਦਾ ਉਹ ਹਿੰਦੂ ਹੈ, ਅਪਵਿੱਤਰ ਹਿੰਦੂ ਹੈ, ਨਾਸਤਿਕ ਹਿੰਦੂ ਹੈ। ਭਇਓ ਜਾਹਿ ਕੋ ਮੀਤ ਹਾਂ ਸੋ ਉਠਾਉ ਦੂਰ ਕਰ। ਕਹਿੰਦਾ ਤੂੰ ਜਿਹਦਾ ਮਿੱਤਰ ਬਣ ਗਿਆ ਨਾ, ਕੋਈ ਗੱਲ ਨਹੀਂ ਹੈ, ਹੁਣੇ ਉਹਨੂੰ ਮੈਂ ਜਾ ਕਰਕੇ ਉਥੋਂ ਉਠਾ ਦਵਾਂਗਾ। ਕਿੱਥੇ ਰਹਿੰਦਾ ਤੇਰਾ ਗੁਰੂ ਨਾਨਕ, ਦੱਸਣਾ ਕਰ। ਉਹਨੇ ਦੱਸਿਆ ਨਾ ਜਦੋਂ ਕਰਤਾਰਪੁਰ, ਕੋਈ ਗੱਲ ਨਹੀਂ ਹੈ, ਹੁਣੇ ਜਾ ਕਰਕੇ ਉਹਦੇ ਨਾਲ ਚਮਾਨੀ ਇਲਾਕੇ ਦੇ ਵਿੱਚ ਰਹਿ ਕਰਕੇ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ। ਭੁਜੰਗ ਪ੍ਰਿਆਤ ਛੰਦ ਉਬਾਰਾ ਕਹੈ ਕਾਹਿ ਦੇਹੂ ਉਠਾਈ। ਜਦੋਂ ਪਿਆਰਿਓ ਅਬਦੁਲ ਰਹਿਮਾਨ ਨੇ ਬਚਨ ਕੀਤਾ ਉਬਾਰਾ, ਉਬਾਰੇ ਖਾਨ ਕਹਿੰਦਾ ਭਾਈ ਕਿਉਂ ਉਹਨਾਂ ਨੂੰ ਉਠਾਉਂਦਾ, ਕਿਉਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੂੰ ਤਕਲੀਫ ਦਿੰਦਾ? ਕਿਉਂਕਿ ਇਹਨਾਂ ਨੂੰ ਜੇ ਪਤਾ ਲੱਗ ਜਾਵੇ ਕਿ ਭਾਈ ਇੱਥੇ ਅਨਮਤੀ ਆ ਗਏ ਹਨ, ਦੂਜੇ ਮਤ ਵਾਲੇ ਆ ਗਏ, ਉਹਨਾਂ ਦਾ ਪ੍ਰਚਾਰ ਹੋਵੇਗਾ ਤੇ ਉਹਨਾਂ ਨੂੰ ਪਿਆਰਿਓ ਉਹ ਟਿਕਣ ਹੀ ਨਹੀਂ ਦਿੰਦੇ ਹਨ। ਇਹ ਇਹਨਾਂ ਦੇ ਵਿੱਚ ਅੱਜ ਵੀ ਦੇਖੋ ਕਈ ਥਾਵਾਂ ਤੇ ਆਪ ਜਿੰਨਾ ਵੀ ਇਹ ਇਸਲਾਮਿਕ ਸਟੇਟ ਹਨ, ਮੁਸਲਮਾਨੀ ਰਾਜ ਜਿਹੜੇ ਹਨ, ਉਹਦੇ ਵਿੱਚ ਪਿਆਰਿਓ ਇਹਨਾਂ ਨੇ ਕਦੇ ਵੀ ਦੂਜੇ ਧਰਮ ਨੂੰ ਨਹੀਂ ਪਨਪਣ ਦੇਣਾ ਕੀਤਾ। ਜੇ ਕੋਈ ਦੂਜੇ ਧਰਮਾਂ ਦੇ ਉੱਥੇ ਲੋਕ ਵੀ ਰਹਿੰਦੇ ਸੀ ਤੇ ਜ਼ਬਰਨ ਪਿਆਰਿਓ ਉਹਨਾਂ ਨੂੰ ਮਾਰ ਕੁੱਟ ਕਰਕੇ ਆਪਣੇ ਧਰਮ ਦੇ ਵਿੱਚ ਲੈ ਕੇ ਆ ਗਏ, ਜਾਂ ਤਾਂ ਉਹਨਾਂ ਨੂੰ ਖਤਮ ਕਰ ਦੇਣਾ ਕੀਤਾ, ਜਾਂ ਤਾਂ ਇੰਨੀ ਉਹਨਾਂ ਨੂੰ ਤਕਲੀਫ ਦਿੱਤੀ ਹੈ ਉਹ ਦੇਸ਼ ਹੀ ਛੱਡ ਕਰਕੇ ਭੱਜ ਗਏ। ਅਫਗਾਨਿਸਤਾਨ ਦਾ ਪੁਰਾਤਨ ਨਾਮ ਸੀ ਗਾਂਧਾਰ ਨਰੇਸ਼। ਗਾਂਧਾਰੀ ਜਿਹੜੀ ਹੈ ਨਾ ਮਹਾਭਾਰਤ ਕਾਲ ਦੇ ਵਿੱਚ, ਤੇ ਉੱਥੋਂ ਦਾ ਉਹ ਗਾਂਧਾਰੀ ਉੱਥੋਂ ਦੀ ਰਹਿਣ ਵਾਲੀ ਸੀ ਤੇ ਬੌਧ ਮਤ ਦਾ ਪਿਆਰਿਓ ਅਫਗਾਨਿਸਤਾਨ ਦੇ ਵਿੱਚ ਸਭ ਤੋਂ ਵੱਡਾ ਗੜ੍ਹ ਸੀ। ਕਿਸੇ ਜ਼ਮਾਨੇ ਦੇ ਵਿੱਚ ਬੌਧ ਧਰਮ ਦਾ ਸਭ ਤੋਂ ਵੱਡਾ ਕੇਂਦਰੀ ਅਸਥਾਨ ਸੀ ਉੱਥੇ। ਲੇਕਿਨ ਜਦੋਂ ਇਸਲਾਮ ਦਾ ਵਾਧਾ ਹੁੰਦਾ ਗਿਆ, ਸਿੱਖੀ ਦਾ ਵੀ ਪਿਆਰਿਓ ਬਹੁਤ ਵੱਡਾ ਗੜ੍ਹ ਸੀ, ਬਹੁਤ ਸਾਰੇ ਗੁਰੂ ਕੇ ਸਿੱਖ ਉੱਥੇ ਹੋਏ ਹਨ। ਮਹਾਰਾਜ ਜੀ ਜਦੋਂ ਗਏ ਨਾ ਮੁਲਤਾਨ ਵੀ ਕਿੱਥੇ ਹੈ? ਇਹ ਅਫਗਾਨਿਸਤਾਨ ਦੇ ਵਿੱਚ, ਕਾਬਲ, ਕੰਧਾਰ, ਪਿਸ਼ੌਰ, ਮੁਲਤਾਨ ਆਦਿਕ। ਇਹਨਾਂ ਨੇ ਕੀ ਕਰਨਾ ਕੀਤਾ ਪਿਆਰਿਓ, ਜਦੋਂ ਇਹਨਾਂ ਦਾ ਰਾਜ ਆ ਜਾਂਦਾ ਨਾ, ਇਹਨਾਂ ਦੀ ਜਦੋਂ ਬਣ ਜਾਂਦੀ ਹੈ, ਇਹ ਦੂਜੇ ਧਰਮ ਵਾਲਿਆਂ ਨੂੰ ਨਹੀਂ ਟਿਕਣ ਦਿੰਦੇ ਹਨ।
ਇਨ੍ਹਾਂ ਉਹਨਾਂ ਦੇ ਨਾਲ ਬੇਪੱਤੀ ਕਰਨੀ ਹੈ। ਆ ਥੋੜੇ ਕੋ ਦਿਨ ਹੋ ਗਏ, ਆਪ ਜੀ ਨੂੰ ਪਤਾ ਹੋਵੇਗਾ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਸਤਿਗੁਰੂ ਮਹਾਰਾਜ ਜੀ ਦਾ ਪ੍ਰਗਟ ਅਸਥਾਨ ਜੋ ਹੈ, ਤੇ ਉਥੋਂ ਦੇ ਜੋ ਮੁੱਖ ਗ੍ਰੰਥੀ ਸਨ ਉਹਨਾਂ ਦੀ ਬੱਚੀ ਨੂੰ ਜਬਰਨ ਅਗਵਾ ਕਰਕੇ ਤੇ ਕਿਸੇ ਬੱਚੇ ਦੇ ਨਾਲ ਉਹਦਾ ਨਿਕਾਹ ਕਰਵਾ ਦਿੱਤਾ ਗਿਆ ਤੇ ਬਹੁਤ ਵੱਡਾ ਰੌਲਾ ਪੈ ਗਿਆ ਸੀ। ਫਿਰ ਸਾਡੇ ਸਿੰਘ ਵੀਰਾਂ ਨੇ ਹਿੰਦੁਸਤਾਨ ਦੇ ਵੀ ਪੂਰੇ ਮੁਲਕ ਦੇ ਵਿੱਚ ਜਦੋਂ ਲਾਲਾ ਹੋ ਗਈ, ਫਿਰ ਜਾ ਕਰਕੇ ਉਹਨੂੰ ਬੱਚੀ ਨੂੰ ਕੈਦ ਦੇ ਵਿੱਚੋਂ ਛੱਡ ਦਿੱਤਾ ਗਿਆ। ਕਹਿਣ ਦਾ ਭਾਵ ਕਿ ਸਾਡੇ ਉੱਥੋਂ ਦੇ ਮੁੱਖ ਗ੍ਰੰਥੀ ਉਹਨਾਂ ਨੇ ਹਸ਼ਰ ਕੀਤਾ, ਉਹਨਾਂ ਦੀ ਬੱਚੀ ਦਾ ਅਗਵਾ ਕਰਕੇ ਜ਼ਬਰਨ ਉਹਦਾ ਧਰਮ ਪਰਿਵਰਤਨ ਕਰ ਦਿੱਤਾ, ਤੇ ਆਮ ਲੋਕਾਂ ਦਾ ਕੀ ਬਣਦਾ ਹੋਵੇਗਾ। ਇਹ ਬੜੇ ਭੈੜੇ ਹੁੰਦੇ ਹਨ, ਇੰਨਾ ਤੰਗ ਕਰ ਦਿੰਦੇ, ਤੇ ਜਾਂ ਤਾਂ ਉਹ ਆ ਜਾਵੇ ਸਾਡੇ ਧਰਮ ਦੇ ਵਿੱਚ, ਜਾਂ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਨਹੀਂ ਤਾਂ ਉਹਨਾਂ ਨੂੰ ਕੱਢ ਦਿੰਦੇ। ਆ ਪਾਕਿਸਤਾਨ ਹੀ ਦੇਖ ਲਿਓ ਨਾ, ਪਾਕਿਸਤਾਨ ਪਹਿਲੇ ਥੋੜੀ ਸੀ, 47 ਦੇ ਵਿੱਚ ਪਾਕਿਸਤਾਨ ਬਣਿਆ, ਤੇ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਦੀ ਆਬਾਦੀ ਜਦੋਂ ਆ ਦੇਸ਼ ਬਣਿਆ ਨਾ 30-32% ਸੀ ਉਸ ਵੇਲੇ, ਤੇ ਆਬਾਦੀ ਪਿਆਰਿਓ ਕਦੇ ਵੀ ਵੱਧਦੀ ਜਾਂਦੀ ਹੈ, ਆਬਾਦੀ ਲੋਕਾਂ ਦੀ ਘਟਦੀ ਨਹੀਂ ਹੈ। ਤੇ ਫਿਰ ਸਿੱਖਾਂ ਦੀ ਆਬਾਦੀ ਜੋ ਘੱਟ ਗਿਣਤੀ ਦੀ ਅੱਜ ਦੇਖੋ 1.5% ਦੇ ਕਰੀਬ ਰਹਿ ਗਈ, ਭਾਵ ਕਿ ਇਹਨਾਂ ਨੇ ਜ਼ਬਰੀ ਕਈਆਂ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆ ਗਏ, ਜਾਂ ਤਾਂ ਜ਼ਬਰੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਨਹੀਂ ਤਾਂ ਇੰਨਾ ਤੰਗ ਕੀਤਾ ਤੇ ਜਿਹੜੇ ਬਚੇ ਕੁਚੇ ਲੋਕ ਸਨ ਉਹ ਉੱਥੋਂ ਭੱਜ ਕਰਕੇ ਹਿੰਦੁਸਤਾਨ ਦੇ ਵਿੱਚ ਇੱਥੇ ਆ ਗਏ। ਬਹੁਤ ਵੱਡਾ ਪਿਆਰਿਓ, ਅਸਲ ਦੇ ਵਿੱਚ ਪਾਕਿਸਤਾਨ ਪਹਿਲੇ ਨਹੀਂ ਸੀ, ਉਹ ਤਾਂ ਪੰਜਾਬ ਸੀ। ਬਹੁਤ ਸਾਰੇ ਗੁਰੂ ਕੇ ਅਸਥਾਨ ਅੱਜ ਬਹੁਤ ਥੋੜੇ ਹੀ ਅਸਥਾਨ ਪਾਕਿਸਤਾਨ ਦੇ ਵਿੱਚ ਮੌਜੂਦ ਹਨ। ਬਾਕੀ ਇਹਨਾਂ ਨੇ ਅਸਥਾਨਾਂ ਨੂੰ ਤੋੜ ਕਰਕੇ ਫਿਰ ਉਹਨੂੰ ਆਪਣੇ ਮੱਤ ਵਿੱਚ ਲੈ ਕੇ ਆ ਗਏ, ਜਾਂ ਤਾਂ ਉੱਥੇ ਇਹਨਾਂ ਨੇ ਕਬਜ਼ਾ ਕਰ ਲਿਆ। ਗੁਰੂ ਘਰ ਦੀਆਂ ਜ਼ਮੀਨਾਂ ਉਹਦੀ ਜਗੀਰਾਂ ਜਿਹੜੀਆਂ ਹਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਦੇ ਵਿੱਚ ਉਹਨਾਂ ਨੇ ਖਾਲਸਾ ਰਾਜ ਕਾਇਮ ਕਰਨਾ ਕੀਤਾ। ਪੂਰਾ ਲਾਹੌਰ ਪਾਕਿਸਤਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੰਟਰੋਲ ਦੇ ਵਿੱਚ ਸੀ। ਉਹਨਾਂ ਨੇ ਨਿੱਕੇ ਨਿੱਕੇ ਗੁਰਦੁਆਰੇ ਦੇ ਨਾਂ ਤੋਂ ਵੀ ਬਹੁਤ ਵੱਡੀ ਜਗੀਰ ਲਵਾਈ ਸੀ, ਤੇ ਇਹਨਾਂ ਨੇ ਜ਼ਬਰਨ ਉਹ ਸਾਰੀਆਂ ਧਰਤੀਆਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ। ਬਹੁਤ ਥੋੜੇ ਜੋ ਚੁਣਿੰਦੇ ਅਸਥਾਨ ਸੀ। ਇਹ ਇਹਨਾਂ ਦੀ ਜਿਹੜੀ ਹੈ ਮਾਨਸਿਕਤਾ ਹੈ। ਕੀ ਕਰਦੇ ਹਨ, ਆਪ ਜਿੱਥੇ ਵੀ ਜਾਂਦੇ ਕਹਿੰਦੇ ਜੀ ਆਬਾਦੀ ਵਧਾਓ, ਆਪਣੇ ਲੋਕਾਂ ਨੂੰ ਵਧਾਓ, ਪੂਰਾ ਇਲਾਕਾ ਕਬਜ਼ਾ ਕਰ ਲਿਓ। ਲੇਕਿਨ ਕੋਈ ਦੂਜਾ ਇਹਨਾਂ ਦੇ ਇਲਾਕੇ ਵਿੱਚ ਆ ਜਾਵੇ, ਉਹਨਾਂ ਨੂੰ ਇੰਨਾ ਤੰਗ ਕਰਦੇ, ਤੰਗ ਕਰਕੇ ਜਾਂ ਤਾਂ ਉਹਨੂੰ ਭਜਾ ਦਿੰਦੇ ਆ, ਜਾਂ ਤਾਂ ਆਪਣੇ ਮੱਤ ਵਿੱਚ ਲੈ ਕੇ ਆ ਜਾਂਦੇ। ਤੇ ਉਬਾਰੇ ਖਾਨ ਨੂੰ ਅਬਦੁਲ ਰਹਿਮਾਨ ਕਹਿੰਦਾ ਕਿ ਮੇਰੇ ਇਲਾਕੇ ਦੇ ਵਿੱਚ ਇਸਲਾਮਿਕ ਧਰਤੀ ਦੇ ਵਿੱਚ ਬੈਠੇ ਹੋਏ ਹਨ, ਕੋਈ ਗੱਲ ਨਹੀਂ ਹੈ, ਹੁਣੇ ਜਾ ਕਰਕੇ ਉਹਨਾਂ ਨੂੰ ਮੈਂ ਕਰਤਾਰਪੁਰ ਸਾਹਿਬ ਤੋਂ ਮੈਂ ਉਠਾ ਦੇਵਾਂ, ਭਜਾ ਦੇਵਾਂ। ਇਹ ਪਿਆਰਿਓ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਨਾ, ਤੇ ਤਖਤ ਸਾਹਿਬ ਜੀ ਦਾ ਵੀ ਇਤਿਹਾਸ ਸਾਨੂੰ ਉਹਦੇ ਬਾਬਤ ਵੀ ਜਾਣੂ ਹੋਣਾ ਚਾਹੀਦਾ। ਤਖਤ ਸਾਹਿਬ ਜੀ ਦਾ ਵੀ ਪਿਆਰਿਓ ਜਿੱਥੇ ਆਪ ਜੀ ਬੈਠੇ ਹੋਏ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਵਨ ਧਰਤੀ ਤੇ ਆਏ, ਇੱਥੇ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਇਸਲਾਮ ਦਾ ਉਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਸੀ। ਮਹਾਰਾਜ ਜੀ ਨੇ ਜਦੋਂ ਆਪਣਾ ਸੱਚਖੰਡ ਜਦੋਂ ਪ੍ਰਗਟ ਕਰਨਾ ਕੀਤਾ, ਤੀਰ ਆ ਕਰਕੇ ਵੱਜਿਆ, ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਸਾਡਾ ਸਤਜੁਗੀ ਤਪ ਅਸਥਾਨ ਹੈ। ਫਿਰ ਪਿਆਰਿਓ ਜਦੋਂ ਖੁਦਾਈ ਕੀਤੀ ਗਈ ਹੈ, ਜੋ ਸਤਿਗੁਰੂ ਮਹਾਰਾਜ ਜੀ ਨੇ ਚਿੰਨ੍ਹ ਦੱਸੇ ਸਨ, ਨਿਸ਼ਾਨੀਆਂ ਦਸੀਆਂ, ਜਾਗਦੀ ਜੋਤ, ਕਰਮੰਡਲ ਜਿਹੜਾ ਮਾਲਾ ਹੋ ਗਈ ਹੈ, ਤੇ ਨਾਲ ਤੁਖੀ ਜਿਹੜੀ ਹੈ, ਗੜਵਾ ਜਿਹੜਾ ਜੋ ਮਹਾਰਾਜ ਜੀ ਨੇ ਬਗੰਬਰ ਆਦਿਕ ਦੱਸਿਆ, ਉਹ ਵਸਤੂਆਂ ਉਥੋਂ ਇੱਕ ਗੁੰਮਜ, ਇੱਕ ਇਹ ਜਿਹੜਾ ਹੈ ਮੱਠ ਜਿਹੜਾ ਜਿਹਨੂੰ ਆਪਾਂ ਬੋਲਦੇ ਹਾਂ, ਜਿਹਦੇ ਵਿੱਚ ਬੈਠ ਕਰਕੇ ਪਹਿਲੇ ਜ਼ਮਾਨੇ ਦੇ ਵਿੱਚ ਤਪਸਵੀ ਤਪ ਕਰਦੇ ਸਨ, ਉਹ ਜਦੋਂ ਨਿਕਲਿਆ, ਪ੍ਰਗਟ ਹੋਇਆ, ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਇਨਸਾਫ ਕੀਤਾ। ਇਹ ਨਹੀਂ ਕਿਹਾ ਕਿ ਭਾਈ ਸਾਡੀ ਧਰਤੀ ਹੈ, ਨਿਕਲ ਜਾਓ, ਭੱਜ ਜਾਓ। ਉਹਨਾਂ ਨੂੰ ਪਿਆਰਿਓ ਆ ਜਿਹੜਾ ਤਖਤ ਸਾਹਿਬ ਜੀ ਦਾ ਜੋ ਅੰਦਰਲਾ ਅਸਥਾਨ ਹੈ, ਉਹ ਅਸਥਾਨ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਦਿੱਤਾ, ਤੇ ਕਿਹਾ ਕਿ ਭਾਈ ਤੁਸੀਂ ਆ ਮਾਇਆ ਲਿਓ, ਮਾਇਆ ਲੈ ਕਰਕੇ ਦੂਜਾ ਆਪਣਾ ਧਾਰਮਿਕ ਅਸਥਾਨ ਬਣਾ ਲਿਓ। ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਅਸਥਾਨ ਇੱਥੇ ਫਿਰ ਪ੍ਰਗਟ ਕਰਨਾ ਕੀਤਾ। ਤੇ ਉਸ ਤੋਂ ਬਾਅਦ ਕਈ ਜੋ ਮਜੌਰੀ ਸਨ ਨਾ, ਇੱਥੇ ਜੋ ਸੇਵਾ ਕਰਦਾ ਸੀ,
ਮਸੀਤ ਦੇ ਵਿੱਚ। ਉਹਨੇ ਜਦੋਂ ਬੇਨਤੀ ਕੀਤੀ, ਉਹਨੂੰ ਵੀ ਬਹੁਤ ਸਾਰੀ ਮਾਇਆ ਜਦੋਂ ਮਹਾਰਾਜ ਜੀ ਨੇ ਇਹ ਸੋਨੇ ਦੀਆਂ ਮੋਹਰਾਂ ਗਿਣ ਗਿਣ ਕਰਕੇ ਦਿੱਤੀਆਂ, ਉਹਨੇ ਕਿਹਾ ਮਹਾਰਾਜ ਮਾਇਆ ਜਿਹੜੀ ਹੈ ਇਹਦਾ ਕੀ ਭਰੋਸਾ ਹੈ। ਜਦੋਂ ਮਾਇਆ ਜਿਆਦੀ ਆ ਜਾਂਦੀ ਹੈ ਨਾ, ਬੰਦੇ ਨੂੰ ਲਾਲਚ ਲੱਗ ਜਾਂਦੀ ਹੈ, ਉਹ ਸ਼ੌਕੀਨ ਬਣ ਜਾਂਦਾ, ਉਹ ਮਾਇਆ ਖਰਚ ਕਰ ਦਿੰਦਾ। ਲੇਕਿਨ ਮਹਾਰਾਜ ਅਸੀਂ ਪੁਸ਼ਤ ਦਰ ਪੁਸ਼ਤ ਇੱਥੇ ਰਹਿ ਕਰਕੇ ਅਸੀਂ ਸੇਵਾ ਕਰਦੇ ਸੀ ਮਸੀਤ ਦੇ ਵਿੱਚ, ਸਾਡਾ ਗੁਜ਼ਰ ਬਸਰ ਚੱਲਦਾ ਸੀ, ਪਰਿਵਾਰ ਦਾ ਗੁਜ਼ਰ ਬਸਰ ਚੱਲਦਾ। ਹੁਣ ਅੱਗੇ ਜਾ ਕਰਕੇ ਪਰਿਵਾਰ ਦਾ ਗੁਜ਼ਰ ਬਸਰ ਕਿਸ ਤਰ੍ਹਾਂ ਹੋਵੇਗਾ। ਤਾਂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕੀਤਾ, ਕਿਹਾ ਜਦੋਂ ਤੱਕ ਤੁਹਾਡੀ ਪੀੜੀ ਦਰ ਪੀੜੀ ਚੱਲਦੀ ਰਹੇਗੀ, ਮਹਾਰਾਜ ਜੀ ਨੇ ਲਿਖਤ ਕਰਾ ਕਰਕੇ ਦੇ ਦਿੱਤਾ ਕਿ ਗੁਰੂ ਘਰ ਦੇ ਵਿੱਚੋਂ ਇਹਨਾਂ ਨੂੰ ਰਸਤ ਦੀ ਪ੍ਰਾਪਤੀ ਹੋਵੇਗੀ। ਤੇ ਪਿਆਰਿਓ, ਪੀੜੀ ਦਰ ਪੀੜੀ ਅੱਜ ਤੋਂ ਜੋ ਕੁਛ ਸਾਡੇ ਬਜ਼ੁਰਗ ਉਹਨਾਂ ਨੂੰ ਪਤਾ ਵੀ ਹੋਵੇਗਾ, ਕਈ ਜੋ ਬਜ਼ੁਰਗ ਸੁਣਦੇ ਹੋਣਗੇ, ਜੋ ਹਜੂਰ ਸਾਹਿਬ ਦੇ ਜੋ ਬਜ਼ੁਰਗ ਵਸਨੀਕ ਹਨ, ਤਕਰੀਬਨ 40-45 ਸਾਲ ਪਹਿਲਾਂ ਤੱਕ ਬਜ਼ੁਰਗ ਦੱਸਿਆ ਕਰਦੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜੋ ਸੀਨਾ ਬਸੀਨਾ ਚੱਲਦਾ ਆਉਂਦਾ ਸੀ, ਹਰ ਮਹੀਨੇ ਆ ਕਰਕੇ ਮੋਦੀ ਖਾਨੇ ਦੇ ਵਿੱਚੋਂ ਉਹਨਾਂ ਨੂੰ ਰਸਤ ਪ੍ਰਾਪਤ ਹੁੰਦੀ ਹੈ। ਤੇ ਵਿਸ਼ੇਸ਼ ਕਰਕੇ 4 ਮਹੱਲੇ ਹੋ ਗਏ, ਹੋਲਾ ਮਹੱਲਾ ਹੋ ਗਿਆ, ਵਿਸਾਖੀ ਦਾ ਹੋ ਗਿਆ, ਤੇ ਦੀਵਾਲੀ ਦਾ ਹੋ ਗਿਆ ਹੈ, ਤੇ ਨਾਲ ਦੁਸਹਿਰੇ ਦਾ। ਇਹ ਮਹੱਲਿਆਂ ਦੇ ਵਿੱਚ ਪਿਆਰਿਓ ਵਿਸ਼ੇਸ਼ ਕਰਕੇ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਗੁਰੂ ਘਰ ਦੇ ਵਿੱਚੋਂ ਕੱਪੜੇ ਦਿੱਤੇ ਜਾਂਦੇ ਸਨ। ਵਿਸ਼ੇਸ਼ ਉਹਦੇ ਵਿੱਚੋਂ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ। ਹਰ ਮਹੀਨੇ ਦੀ ਵੱਖਰੀ ਰਸਦ ਜਿਹੜੀ ਹੈ, ਉਹ ਤੋਂ ਇਲਾਵਾ ਵੀ ਉਹਨਾਂ ਨੂੰ ਵਿਸ਼ੇਸ਼ ਉਚੇਚੇ ਤੌਰ ਤੇ ਇਹ ਮਾਇਆ ਆਦਿਕ ਦਿੱਤੀ ਜਾਂਦੀ ਸੀ। ਤੇ ਕਹਿੰਦੇ ਕਿ ਬਜ਼ੁਰਗਾਂ ਨੇ ਇਹ ਦੱਸਣਾ ਕੀਤਾ ਕਿ ਉਹਨਾਂ ਦੀ ਜੋ ਪੀੜੀ ਚੱਲਦੀ ਆਉਂਦੀ ਸੀ ਨਾ, ਉਹਨਾਂ ਦੇ ਵਿੱਚੋਂ ਕੋਈ ਬਜ਼ੁਰਗ ਜਿਹੜਾ ਥੱਲੇ ਬੈਠ ਕੇ ਉਹਨਾਂ ਨੇ ਸਾਡੇ ਉੱਤੇ ਨਿਆਂ ਕਰਨਾ ਕੀਤਾ। ਅੱਜ ਸਾਡੀ ਜੋ ਪੀੜੀ ਦਰ ਪੀੜੀ ਪਲ ਰਹੀ ਹੈ, ਗੁਰੂ ਘਰ ਦੇ ਉੱਤੇ ਸਾਡੀ ਪੀੜੀ ਦਰ ਪੀੜੀ ਪਲ ਰਹੀ ਹੈ। ਮਹਾਰਾਜ ਜੀ ਨੇ ਲਿਖਤ ਕਰਾ ਕੇ ਦੇ ਦਿੱਤੀ, ਤੇ ਅੱਜ ਵੀ ਗੁਰੂ ਕਾ ਖਾਲਸਾ ਜਿਹੜਾ ਕਦੇ ਇਨਕਾਰ ਨਹੀਂ ਕੀਤਾ। ਇਹੀ ਕਹਿੰਦੇ ਸਨ ਕਿ ਭਾਈ ਮਹਾਰਾਜ ਜੀ ਨੇ ਬਚਨ ਕਰ ਦਿੱਤਾ, ਅਸੀਂ ਮੋੜਨਾ ਨਹੀਂ ਹੈ। ਹਰ ਮਹੀਨੇ ਸਾਨੂੰ ਰਸਤ ਪ੍ਰਾਪਤ ਹੁੰਦੀ। ਉਹ ਜਦੋਂ ਸਾਖੀ ਵੀ ਸਰਵਣ ਕਰਾਉਂਦੇ ਸਨ ਨਾ, ਤੇ ਉਹਨਾਂ ਨੂੰ ਮਾਇਆ ਭੇਟ ਕਰਦੇ ਸਨ। ਬਹੁਤ ਵਧੀਆ ਗੁਜ਼ਰ ਬਸਰ ਹੁੰਦਾ। ਫਿਰ ਅਖੀਰਲਾ ਕਹਿੰਦੇ, ਤੇ ਇੱਕ ਹੈਦਰਾਬਾਦ ਦੇ ਲੇਖਕ ਹੋਏ ਹਨ ਨਾਨਕ ਸਿੰਘ ਨਸ਼ਤਰ ਕਰਕੇ, ਉਹਨਾਂ ਨੇ ਫਿਰ ਆਪਣੇ ਕਿਤਾਬ ਦੇ ਵਿੱਚ ਕੋਟ ਕਰਨਾ ਕੀਤਾ। ਉਹਨਾਂ ਨੇ ਕਿਹਾ ਉਹਨਾਂ ਦਾ ਜੋ ਵਾਰਿਸ ਸੀ ਨਾ, ਉਹਦਾ ਨਾਮ ਸੀ ਭੀਖੂ ਮੀਆਂ ਕਰਕੇ। ਉਦੋਂ ਤੱਕ ਉਹਨਾਂ ਨੇ ਰਾਸ਼ਨ ਜਿਹੜਾ ਤਖਤ ਸਾਹਿਬ ਵੱਲੋਂ ਪ੍ਰਾਪਤ ਕਰਨਾ ਕੀਤਾ। ਉਹ ਵੀ ਕਹਿੰਦਾ ਸੀ ਕਿ ਉਹ ਵੀ ਆ ਕਰਕੇ ਇੱਥੇ ਸਾਖੀ ਸਰਵਣ ਕਰਾਉਂਦਾ ਸੀ ਥੱਲੇ। ਫਿਰ ਬਾਅਦ ਦੇ ਵਿੱਚ ਉਹ ਜਿਹੜਾ ਹੈ ਵੱਡਾ ਅਫਸਰ ਬਣ ਗਿਆ, ਤੇ ਜਿਸ ਤਰ੍ਹਾਂ ਕਿ ਡਿਪਟੀ ਕਲੈਕਟਰ ਆਦਿਕ ਤਹਿਸੀਲਦਾਰ ਦਾ ਰੈਂਕ ਦਾ ਜਿਹੜਾ ਹੈ ਉਹ ਅਫਸਰ ਬਣ ਗਿਆ। ਉਹਦੀ ਫਿਰ ਬਦਲੀ ਹੋ ਗਈ, ਉਹਦਾ ਪਰਿਵਾਰ ਫਿਰ ਇੱਥੋਂ ਚੱਲ ਗਿਆ। ਕਹਿਣ ਦਾ ਭਾਵ ਕਿ ਬਹੁਤ ਵੱਡਾ ਪਿਆਰਿਓ ਇਤਿਹਾਸ ਹੈ। ਲੇਕਿਨ ਤੁਰਕਾਂ ਨੇ ਵੀ ਪਿਆਰਿਓ ਫਿਰ ਕੀ ਕਰਨਾ ਕੀਤਾ, ਜੋ ਕੱਟੜਵਾਦ ਲੋਕ ਸਨ, ਇਹਨਾਂ ਨੇ ਬਹੁਤ ਵਾਰੀ ਤਖਤ ਸਾਹਿਬ ਜੀ ਦੇ ਉੱਤੇ ਹੱਲੇ ਕਰਨੇ ਕੀਤੇ। ਇਹੀ ਚਾਹੁੰਦੇ ਸਨ ਕਿ ਭਾਈ ਕਿ ਤਖਤ ਸਾਹਿਬ ਜੀ ਦੇ ਉੱਤੇ ਸਾਡਾ ਕਬਜ਼ਾ ਹੋ ਜਾਵੇ, ਤੇ ਅਸੀਂ ਫਿਰ ਆਪਣਾ ਦੁਬਾਰਾ ਇਹ ਅਸਥਾਨ ਜਿਹੜਾ ਇੱਥੇ ਬਣਾਉਣਾ ਕਰੀਏ। ਅੱਜ ਤਾਂ ਪਿਆਰਿਓ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਸਾਡੇ ਸਿੰਘ ਇੱਥੇ ਉਹਨਾਂ ਦੀ ਵਸੋਂ ਹੋ ਗਈ ਹੈ, ਚੜ੍ਹਦੀ ਕਲਾ ਦੇ ਵਿੱਚ ਹਨ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਬਹੁਤ ਹੋ ਗਿਆ, 10-15 ਘਰ ਹੀ ਸਨ, 10-15, ਇਹ ਤੋਂ ਜ਼ਿਆਦਾ ਵੱਧ ਨਹੀਂ। ਬਸ ਉਹ ਵੀ ਇਰਦ ਗਿਰਦ ਆਸ-ਪਾਸ ਹੀ ਰਹਿੰਦੇ, ਕਦੇ ਲਾਂਬੇ ਜਾ ਕਰਕੇ ਨਹੀਂ ਰਹਿੰਦੇ। ਤੇ ਸਦਾ ਪਿਆਰਿਓ ਹਜੂਰੀ ਸਿੰਘ ਸਾਡੇ ਬਜ਼ੁਰਗ, ਉਹ ਤਿਆਰ ਪਰ ਤਿਆਰ ਰਹਿਣਾ, ਹਰ ਵੇਲੇ ਸ਼ਸਤਰ ਨੂੰ ਧਾਰਨ ਕਰਕੇ ਰੱਖਣਾ ਕਿ ਕਦੇ ਵੀ ਸੱਦਾ ਪੈ ਸਕਦਾ ਕਰਕੇ। ਤੇ ਇੱਥੇ ਪਿਆਰਿਓ ਇੱਕ ਘੰਟਾ ਲਾਇਆ ਗਿਆ ਸੀ, ਬਹੁਤ ਵੱਡਾ ਘੰਟਾ। ਅੱਜ ਵੀ ਉਹਦੇ ਦਰਸ਼ਨ ਕਰਨੇ ਤੇ ਆਪ ਜੀ ਮਿਊਜ਼ੀਅਮ ਦੇ ਵਿੱਚ ਦਰਸ਼ਨ ਕਰ ਸਕਦੇ ਹੋ। ਉਹਦੀ ਨਿਸ਼ਾਨੀ ਸੀ ਜਾਂ ਤਾਂ ਪਿਆਰਿਓ ਪੰਥ ਨੂੰ ਜਦੋਂ ਦੇਗ ਦਿੱਤੀ ਜਾਂਦੀ ਹੈ। ਅੱਜ ਤਾਂ ਦੇਖੋ ਜਿਸ ਤਰ੍ਹਾਂ ਖੁੱਲੇ ਲੰਗਰ ਚੱਲਦੇ, ਪਹਿਲੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਜਿਹਨੇ ਵਿਸ਼ੇਸ਼ ਲੰਗਰ ਕਰਨਾ, ਉਹ ਜਦੋਂ ਪੰਥ ਨੂੰ ਦੇਗ ਦਿੰਦਾ ਤਾਂ ਹੀ ਉਹ ਘੰਟਾ ਜਿਹੜਾ ਵਜਾਇਆ ਜਾਂਦਾ ਸੀ। ਜਾਂ ਫਿਰ ਕੋਈ ਬਿਪਤਾ ਆ ਗਈ, ਦੁਸ਼ਮਣ ਜਿਹੜਾ ਹਮਲਾਵਰ ਹੋ ਗਿਆ ਤਖਤ ਸਾਹਿਬ ਜੀ ਦੇ ਉੱਤੇ, ਤੁਰੰਤ ਸਿੰਘ ਜਿਹੜੇ ਹਨ ਉਹ ਘੰਟਾ ਜਿਹੜਾ ਵੱਡਾ ਸਾਰਾ ਖੜਕਾ ਦਿੰਦੇ ਸਨ, ਵਜਾ ਦਿੰਦੇ ਸਨ।
ਜਦੋਂ ਘੰਟਾ ਵੱਜ ਗਿਆ ਪਿਆਰਿਓ ਗੁਰੂ ਕੇ ਸਿੰਘ, ਕੀ ਬੱਚਾ, ਕੀ ਜਵਾਨ, ਕੀ ਬਿਰਧ, ਕੀ ਬੀਬੀਆਂ, ਇਸਤਰੀਆਂ ਤੱਕ ਪਿਆਰਿਓ ਅੱਜ ਉਹੀ ਤਾਂ ਮਰਿਆਦਾ ਸਾਡੇ ਹਜੂਰ ਸਾਹਿਬ ਦੇ ਵਿੱਚ ਕਾਇਮ ਹੈ। ਅੱਜ ਵੀ ਦੇਖੋ ਜਦੋਂ ਬੱਚੇ ਦਾ ਜਨਮ ਹੋ ਗਿਆ ਨਾ, ਬੱਚਾ ਜਦੋਂ ਨਵੇਂ ਬੱਚੇ ਦਾ ਜਨਮ ਹੋਇਆ ਘਰ ਵਿੱਚ ਆਇਆ, ਜਦੋਂ ਉਹ ਸਾਲ 2-3 ਸਾਲ ਦਾ ਹੋ ਜਾਵੇ ਨਾ, ਤੇ ਸਾਡੇ ਬਜ਼ੁਰਗ ਕੀ ਕਰਦੇ, ਇੱਕ ਨਿੱਕਾ ਜਿਹਾ ਸ਼ਸਤਰ ਉਹਨੂੰ ਲਿਆ ਕਰਕੇ ਦਿੰਦੇ। ਅੱਜ ਵੀ ਪਿਆਰਿਓ ਇਹ ਮਰਿਆਦਾ ਸਾਡੇ ਕੋਲ ਵੇਖਣ ਵਾਸਤੇ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹੀ ਸ਼ਸਤਰ ਬੇਟਾ ਆ ਤੇਰਾ ਸ਼ਸਤਰ ਹੈ, ਇਹਨੂੰ ਧਾਰਨ ਕਰਕੇ ਰੱਖਣਾ, ਕਦੇ ਵੀ ਲੋੜ ਪੈ ਗਈ ਸ਼ਸਤਰਧਾਰੀ ਬਣ ਕਰਕੇ ਗੁਰੂ ਘਰ ਦੀ ਰਾਖੀ ਕਰਨੀ ਹੈ। ਤਾਂ ਪਿਆਰਿਓ ਫਿਰ ਜਦੋਂ ਵੀ ਘੰਟਾ ਖੜਕ ਜਾਣਾ, ਗੁਰੂ ਕਾ ਸਿੰਘ ਹਜੂਰੀ ਖਾਲਸੇ ਸਾਰੇ ਆਪਣੇ ਕੰਮਾਂ ਨੂੰ ਛੱਡ ਕਰਕੇ ਭੱਜ ਕਰਕੇ ਆਉਂਦੇ ਸਨ ਤੇ ਦੁਸ਼ਮਣਾਂ ਦਾ ਟਾਕਰਾ ਕਰਦੇ। 1-2 ਵਾਰੀ ਨਹੀਂ ਪਿਆਰਿਓ, ਆਪਾਂ ਤਾਂ ਇਹੀ ਸੁਣਦੇ ਹਾਂ ਤੇ ਇਹ ਇਤਿਹਾਸ ਜ਼ਿਆਦਾ ਲਿਖਿਆ ਨਹੀਂ ਗਿਆ, ਲੋਕਾਂ ਨੂੰ ਆਮ ਵੀ ਪਤਾ ਨਹੀਂ ਚੱਲਿਆ, ਲੇਕਿਨ ਬਹੁਤ ਵਾਰੀ ਪਿਆਰਿਓ ਤੁਰਕਾਂ ਨੇ ਹਮਲਾ ਕਰਨਾ ਕੀਤਾ। ਕਈ ਵਾਰੀ ਉਹਨਾਂ ਨੇ ਹੱਲੇ ਕਰਨੇ ਕੀਤੇ ਤਖਤ ਸਾਹਿਬ ਜੀ ਦੇ ਉੱਤੇ ਕਬਜ਼ਾ ਕਰਨ ਵਾਸਤੇ, ਲੇਕਿਨ ਧੰਨ ਹਨ ਉਹ ਪੁਰਾਤਨ ਗੁਰੂ ਕੇ ਸਿੰਘ ਹਜੂਰੀ ਖਾਲਸਾ ਜਿਹੜਾ ਹੈ, ਤੇ ਉਹ ਫਿਰ ਤੁਰੰਤ ਆ ਕਰਕੇ ਉਹ ਭਿੜ ਜਾਂਦੇ ਸਨ। ਕਈ ਵਾਰੀ ਪਿਆਰਿਓ ਅਣਗਿਣਤ ਲਾਸ਼ਾਂ ਉਹਨਾਂ ਨੇ ਤੁਰਕਾਂ ਦੀ ਇੱਥੇ ਵਿਛਾ ਦਿੱਤੀ ਤੇ ਕਈ ਸਿੰਘ ਤਖਤ ਸਾਹਿਬ ਜੀ ਦੀ ਰਾਖੀ ਕਰਦਿਆਂ ਕਰਦਿਆਂ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਉਹ ਸ਼ਹੀਦ ਹੋ ਗਏ। ਅੱਜ ਵੀ ਪਿਆਰਿਓ ਉਹਨਾਂ ਸ਼ਹੀਦ ਸਿੰਘਾਂ ਬਥੇਰੇ ਜਿਹੜੇ ਬੁੰਗੇ ਆਦਿਕ ਸਨ, ਉਹਨਾਂ ਦੀ ਯਾਦ ਦੇ ਵਿੱਚ ਕਿ ਜਦੋਂ ਇਹ ਟਾਕਰਾ ਹੋਇਆ ਸੀ ਨਾ ਤੁਰਕਾਂ ਦੇ ਨਾਲ, ਤਾਂ ਸਿੰਘਾਂ ਨੇ ਪਿਆਰਿਓ ਜਾਨਾਂ ਵਾਰ-ਵਾਰ ਕਰਕੇ ਲੜਨਾ ਕੀਤਾ। ਅੱਜ ਸਭ ਤੋਂ ਵਧੀਆ ਮਾਹੌਲ ਬਣ ਗਿਆ, ਵਧੀਆ ਪਿਆਰਿਓ ਆਮਦਨੀ ਵੀ ਵੱਧ ਗਈ ਹੈ। ਅੱਜ ਜਿਹੜੇ ਹਨ ਅੱਜ ਉਹ ਤੁਰਕ ਤਾਂ ਭੱਜ ਗਏ, ਇੰਨਾ ਪਿਆਰਿਓ ਖਾਲਸੇ ਦਾ ਫਿਰ 1-2 ਵਾਰੀ ਇੰਨਾ ਗਹਿ ਗੱਚ ਦੀ ਲੜਾਈ ਹੋਈ, ਉਹਨਾਂ ਦੀ ਸਫਾ ਜਿਹੜੀ ਹੈ ਖਾਲਸੇ ਨੇ ਚੱਕ ਦਿੱਤੀ। ਤੇ ਅੱਜ ਆਪ ਜੀ ਦੇਖਣਾ ਕਰੋ, ਸਾਡਾ ਇਹ ਇਲਾਕਾ ਜਿਹੜਾ ਹੈ ਇਹਨੂੰ ਪਿਆਰਿਓ ਕੱਟਰਵਾਦ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ, ਕਿਉਂਕਿ ਇਹ ਹਕੀਕਤ ਹੈ, ਇਹ ਸੱਚ ਗੱਲ ਹੈ। ਜੇ ਆਪਾਂ ਗਲਤ ਪਾਸੇ ਲੈ ਕੇ ਜਾਵਾਂਗੇ, ਨਹੀਂ ਜੀ ਇਹ ਕੱਟਰਵਾਦ, ਇਹ ਪਿਆਰਿਓ ਹਿਸਟਰੀ ਹੈ। ਇਹ ਹਿਸਟਰੀ ਨੂੰ, ਇਤਿਹਾਸ ਨੂੰ ਜਦੋਂ ਤੱਕ ਆਪਾਂ ਨਹੀਂ ਦੱਸਦੇ ਹਾਂ, ਇਤਿਹਾਸ ਪਿਆਰਿਓ ਕੱਟਰਵਾਦ ਦੇ ਵਿੱਚ ਨਹੀਂ, ਸੱਚਾ ਇਤਿਹਾਸ ਇਤਿਹਾਸ ਹੀ ਹੁੰਦਾ। ਸਿੰਘਾਂ ਨੇ ਫਿਰ ਪਿਆਰਿਓ ਇੰਨੀ ਇਹਨਾਂ ਦੀ ਮਾਰ ਮਚਾਈ ਸੀ ਤੇ ਤਕਰੀਬਨ 1-1.5 ਕਿਲੋਮੀਟਰ ਤੋਂ ਪਰਾਂ ਇਹ ਚੱਲ ਗਏ, ਇੰਨਾ ਜ਼ਿਆਦਾ ਖਾਲਸੇ ਨੇ ਮਾਰ ਮਚਾਈ ਸੀ। ਤਾਂ ਹੀ ਤਾਂ ਆਪ ਜੀ ਦੇਖੋ ਅੱਜ ਆਪਣੇ ਇਲਾਕੇ ਦੇ ਇਰਦ ਗਿਰਦ ਜ਼ਿਆਦਾ ਉਹਨਾਂ ਦੀ ਵਸੋਂ ਨਹੀਂ ਹੈ। ਸਿੰਘਾਂ ਨੇ ਇਹੋ ਜਿਹੀ ਮਾਰ ਮਚਾ ਕਰਕੇ ਇਹਨਾਂ ਨੂੰ ਲਾਂਬੇ ਕਰ ਦਿੱਤਾ ਕਿ ਭਾਈ ਇਹ ਦੂਰ ਹੋਣ, ਜੇ ਲਾਗੇ ਰਹਿਣਗੇ ਕਦੇ ਵੀ ਇਹਨਾਂ ਦਾ ਹਮਲਾ ਹੋ ਸਕਦਾ ਹੈ। ਇਸ ਤਰ੍ਹਾਂ ਖਾਲਸੇ ਨੇ ਪਿਆਰਿਓ ਸਾਡੇ ਬਜ਼ੁਰਗਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਸਾਰੇ ਹਜੂਰੀ ਖੜਗ ਧਾਰੀ ਜਥਾ, ਇਸ ਤਰ੍ਹਾਂ ਦੇ ਬਥੇਰੇ ਜਿਹੜੇ ਜਥੇ ਹੁੰਦੇ ਸਨ, ਤੇ ਇਹ ਵੀ ਪਿਆਰਿਓ ਇਤਿਹਾਸ ਦੇ ਵਿੱਚੋਂ ਸਰਵਣ ਕਰਨ ਵਾਸਤੇ ਪ੍ਰਾਪਤ ਹੁੰਦਾ। ਤੇ ਜਦੋਂ ਇਹਨਾਂ ਦੇ ਧਾਰਮਿਕ ਦਿਨ ਆਉਂਦੇ ਨਾ, ਤਾਂ ਉਸ ਵੇਲੇ ਰਮਜ਼ਾਨ ਦੇ ਵੇਲੇ ਇਹਨਾਂ ਦੀ ਆਪ ਜੀ ਨੇ ਵੇਖਿਆ ਹੋਵੇਗਾ ਇੱਕ ਰੈਲੀ ਜਾਂਦੀ ਹੈ ਇੱਥੋਂ, ਤੇ ਹਰ ਵਾਰੀ ਪਿਆਰਿਓ ਪਹਿਲੇ ਕੀ ਹੁੰਦਾ ਸੀ, ਇੱਥੋਂ ਆ ਹਨੂਮਾਨ ਦੇ ਲਾਗੋਂ ਇਹ ਜਿਹੜਾ ਚੁਰਸਤਾ, ਇੱਥੋਂ ਉਹਨਾਂ ਦੀ ਰੈਲੀ ਜਾਂਦੀ ਸੀ। ਉਹਨਾਂ ਦੇ ਤਾਜੀਆਂ ਆਦਿਕ ਕੀ ਬੋਲਦੇ ਆ, ਉਹ ਉਹਨਾਂ ਦਾ ਧਾਰਮਿਕ ਜਲੂਸ ਕਰਦੇ ਬਾਰ-ਬਾਰੀ ਜਾ ਕਰਕੇ, ਤੇ ਉਹਨੇ ਕਹਿ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਇਹਨਾਂ ਦਾ ਜਲੂਸ ਇਹ ਸੜਕ ਤੋਂ ਨਹੀਂ ਜਾਵੇਗਾ। ਤਾਂ ਹੀ ਤਾਂ ਪਿਆਰਿਓ ਅੱਜ ਵੀ ਆਪ ਜੀ ਤੱਕਣਾ ਕਰੋ, ਵੇਖਣਾ ਕਰੋ, ਜਦੋਂ ਉਹਨਾਂ ਦਾ ਉਹ ਧਾਰਮਿਕ ਜਲੂਸ ਨਿਕਲਦਾ, ਉਹ ਜੋ ਸੜਕ ਜਿਹੜੀ ਆ ਚੁਰਸਤੇ ਵਾਲੀ, ਲੰਗਰ ਸਾਹਿਬ ਵਾਲੀ, ਉਹ ਸੜਕ ਦੇ ਵਿੱਚੋਂ ਦੀ ਨਿਕਲਦਾ, ਇੱਥੇ ਨਹੀਂ ਨਿਕਲਦਾ, ਇੱਥੋਂ ਨਹੀਂ ਨਿਕਲਦਾ। ਤੇ ਦੂਜੀ ਗੱਲ, ਜਦੋਂ ਇੱਥੇ ਤਖਤ ਸਾਹਿਬ ਜੀ ਦੇ ਲਾਗੇ ਆਉਂਦੇ ਤੇ ਉਹ ਵੀ ਪਿਆਰਿਓ ਫਿਰ ਬਹੁਤ ਹੁਣ ਪ੍ਰੇਮ ਦੇ ਨਾਲ ਜ਼ਿਆਦਾ ਆਵਾਜ਼ ਨਹੀਂ ਕਰਦੇ, ਇੱਥੋਂ ਫਿਰ ਛੇਤੀ ਲੰਘ ਜਾਂਦੇ ਹਨ, ਕਿਉਂਕਿ ਉਹਨਾਂ ਨੇ ਵੇਖਿਆ। ਫਿਰ ਸਿੰਘਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਉੱਥੋਂ ਹੱਲਾ ਕਰਦੇ, ਹਰ ਵਾਰੀ ਉੱਥੇ ਜੰਗ ਹੁੰਦੀ ਹੈ, ਉੱਥੇ ਉਹਨਾਂ ਦੀ ਮਸੀਤ ਆਦਿਕ ਸੀ, ਤੇ ਫਿਰ ਸਿੰਘਾਂ ਨੇ ਵੀ ਫਿਰ ਕੀ ਕਰਨਾ ਕੀਤਾ, ਇਹ ਗੁਰਮਤਾ ਕੀਤਾ ਤੇ ਹੱਲਾ ਜਿਹੜਾ ਐ ਚੜ ਕੇ ਫਿਰ ਸੱਜੇ ਨੂੰ ਆਪਾਂ ਮੁੜ ਜਾਂਦੇ ਆ। ਉੱਥੋਂ ਫਿਰ ਅੱਗੇ ਜਾ ਕਰਕੇ ਮਿੱਠੀ ਬੌੜੀ ਦੇ ਵੱਲ ਇਹ ਹੱਲਾ ਗੁਰੂ ਕਾ ਜਿਹੜਾ ਮਹੱਲਾ ਜਿਹੜਾ ਇਹ ਜਾਂਦਾ, ਉੱਥੋਂ ਫਿਰ ਵਾਪਸ ਸ਼ਹਿਰ ਦੇ ਵਿੱਚ ਘੁੰਮ ਕਰਕੇ ਵਾਪਸ ਤਖਤ ਸਾਹਿਬ ਜੀ ਦੇ ਵਿੱਚ ਆ ਜਾਂਦਾ। ਕਹਿਣ ਦਾ ਭਾਵ ਹੈ ਕਿ ਕਈ ਵਾਰੀ ਪਿਆਰਿਓ ਇਹਨਾਂ ਨੇ ਹੱਲੇ ਕਰਨੇ ਕੀਤੇ,
ਅੱਜ ਵਧੀਆ ਮਾਹੌਲ ਬਣ ਗਿਆ, ਵਧੀਆ ਚੜ੍ਹਤ ਚੜਾਵਾ ਆ ਰਿਹਾ। ਹਰ ਕਿਸੇ ਨੂੰ ਪਿਆਰਿਓ ਇਹ ਇਤਿਹਾਸ ਦਾ ਪਤਾ ਨਹੀਂ ਹੈ। ਅੱਜ ਕਈ ਜੋ ਹੈ ਵੱਡੇ ਵੱਡੇ, ਉਹਨਾਂ ਨੂੰ ਇਹੀ ਲੱਗਦਾ ਕਿ ਭਾਈ ਹੁਣ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਓ, ਕਿਉਂਕਿ ਉਸ ਵੇਲੇ ਇਹ ਕਿੱਥੇ ਸਨ ਜਦੋਂ ਪਿਆਰਿਓ ਖਾਲਸੇ ਨੇ ਇੰਨੀ ਬਿਪਤਾਵਾਂ ਨੂੰ ਝੱਲ ਝੱਲ ਕਰਕੇ ਸਾਡੇ ਹਜ਼ੂਰੀ ਖਾਲਸੇ ਨੇ ਡਟ ਕੇ ਪਹਿਰਾ ਦੇਣਾ ਕੀਤਾ, ਸ਼ਹੀਦੀਆਂ ਪ੍ਰਾਪਤ ਕਰਨੀਆਂ ਕੀਤੀਆਂ, ਤਖਤ ਸਾਹਿਬ ਜੀ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣਾ ਕੀਤਾ। ਉਸ ਵੇਲੇ ਤਾਂ ਸਾਰੇ ਛੁਪ ਗਏ ਸਨ, ਲੇਕਿਨ ਅੱਜ ਕਈ ਅਖੌਤੀ ਲੋਕ ਚਾਹੁੰਦੇ ਕਿ ਭਾਈ ਅਸੀਂ ਇੱਥੇ ਆ ਜਾਈਏ, ਸਾਡਾ ਇੱਥੇ ਰਾਜ ਬਣ ਜਾਵੇ, ਕਬਜ਼ਾ ਹੋ ਜਾਵੇ। ਪਿਆਰਿਓ ਉਹਨਾਂ ਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਇੱਥੇ ਜੋ ਬਚਨ ਚੱਲ ਰਿਹਾ ਨਾ, ਤੇ ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਇਹ ਉਬਾਰੇ ਖਾਨ ਨੇ ਜਦੋਂ ਬਚਨ ਕੀਤਾ, ਅਬਦੁਲ ਰਹਿਮਾਨ ਕਹਿੰਦਾ ਉਹਨਾਂ ਦਾ ਅਸਥਾਨ ਹੈ ਕਰਤਾਰਪੁਰ ਦੇ ਵਿੱਚ, ਕਹਿੰਦਾ ਮੈਂ ਉਠਾ ਦਵਾਂਗਾ, ਤੋੜ ਦਵਾਂਗਾ ਉਹਨਾਂ ਦਾ ਗੁਰਦੁਆਰਾ, ਉਹਨਾਂ ਨੂੰ ਇੱਥੋਂ ਮੈਂ ਭਜਾ ਦਵਾਂਗਾ। ਉਬਾਰਾ ਕਹੈ ਕਾਹੇ ਦੇਵੋਂ ਉਠਾਈ, ਉਬਾਰੇ ਖਾਨ ਕਹਿੰਦਾ ਅੱਜ ਵੀ ਭਾਵੇਂ ਜਿੰਨਾ ਮਰਜ਼ੀ ਕੁਛ ਕਰ ਲਵੇ, ਕਿੰਨਾ ਹੁੰਦਾ ਹੈ, ਜ਼ਬਰਦਸਤੀ ਹੁੰਦੀ ਹੈ ਖਾਲਸੇ ਦੇ ਉੱਤੇ, ਲੇਕਿਨ ਖਾਲਸੇ ਨੇ ਕਦੇ ਕਿਹਦਾ ਬੁਰਾ ਨਹੀਂ ਚਿਤਵਨਾ ਕੀਤਾ। ਸਦਾ ਆਪਾਂ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਪਾਂ ਸਦਾ ਸਰਬੱਤ ਦਾ ਭਲਾ ਮੰਗਦੇ ਹਾਂ, ਕਦੇ ਕਿਹਦਾ ਬੁਰਾ ਨਹੀਂ ਚਾਹੁੰਦੇ ਹਾਂ। ਧਰੀ ਦੇਹ ਅੱਲਾਹ ਪਾਕੰ ਬਨਾਈ, ਉਬਾਰਾ ਖਾਨ ਕਹਿੰਦਾ ਕਿ ਭਾਈ ਤੈਨੂੰ ਪਤਾ ਨਹੀਂ ਹੈ, ਉਹ ਕੋਈ ਵਲੀ ਨਹੀਂ, ਉਹ ਤਾਂ ਸਾਖਸ਼ਾਤ ਖੁਦਾ ਹਨ, ਅੱਲਾ ਦੇ ਨੂਰ ਹਨ। ਬਿਲੋਕਾਂ ਨਾ ਕੋ ਜੋ ਤਾਂ ਕੇ ਸਮਾਨ, ਆਪ ਕਹਿੰਦਾ ਮੈਂ ਉਹਨਾਂ ਦੇ ਅੱਖੀ ਦਰਸ਼ਨ ਕਰਨੇ ਕੀਤੇ, ਉਹਨਾਂ ਦੇ ਵਰਗਾ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਉਹਨਾਂ ਦੀ ਆਪਾਂ ਕੀ ਉਪਮਾ ਕਰਨਾ ਕਰੀਏ। ਤਿਸੈ ਤੂੰ ਉਠਾਵੈ ਨਾ ਜਾਣੈ ਅਜਾਨੰ, ਐ ਅਜਾਨ ਮੂਰਖ ਵਿਅਕਤੀ, ਤੈਨੂੰ ਪਤਾ ਨਹੀਂ ਹੈ ਤੂੰ ਅੱਲਾ ਨੂੰ ਉਠਾਉਣਾ ਚਾਹੁੰਦਾ, ਅੱਲਾ ਦੇ ਦਰ ਦੇ ਉੱਤੇ ਤੂੰ ਭੈੜੀ ਨਿਗਾਹ ਰੱਖਦਾ ਹੈ। ਤੇ ਪਿਆਰਿਓ ਜਿਹੜੇ ਵੀ ਗੁਰੂ ਘਰ ਦੇ ਉੱਤੇ ਭੈੜੀ ਨਿਗਾਹ ਰੱਖਦੇ ਨਾ, ਚੱਲਦੀ ਹੈ ਲੇਕਿਨ ਜ਼ਿਆਦਾ ਨਹੀਂ ਚੱਲਦੀ। ਜਦੋਂ ਮਾਰ ਪੈਂਦੀ ਨਾ ਰੱਬ ਦੀ, ਇਹੋ ਜਿਹੀ ਮਾਰ ਪੈਂਦੀ। ਤਖਤ ਸਾਹਿਬ ਜੀ ਦੇ ਉੱਤੇ ਵੀ ਕਈਆਂ ਨੇ ਪਿਆਰਿਓ ਬੁਰੀ ਨਿਗਾਹ ਰੱਖਣੀ ਕੀਤੀ ਸੀ, ਪਹਿਲੇ ਵੀ ਰੱਖਦੇ ਸਨ, ਅੱਜ ਵੀ ਕਈ ਰੱਖਦੇ ਹੋਣਗੇ, ਲੇਕਿਨ ਪਿਆਰਿਓ ਖਾਲਸੇ ਨੇ ਉਸ ਵੇਲੇ ਵੀ ਡਟ ਕੇ ਮੁਕਾਬਲਾ ਕੀਤਾ। ਕਈਆਂ ਨੇ ਕਈ ਵਾਰੀ ਉਹਨਾਂ ਦਾ ਇਹੀ ਚਾਅ ਸੀ ਕਿ ਭਾਈ ਅਸਥਾਨ ਜਿਹੜਾ ਹੈ ਇਹਨੂੰ ਖਤਮ ਕੀਤਾ ਜਾਵੇ, ਆਪਣਾ ਰਾਜ ਆ ਜਾਵੇ, ਆਪਾਂ ਇੱਥੇ ਮਸਜਿਦ ਬਣਾ ਲਈਏ, ਆਪਣਾ ਧਾਰਮਿਕ ਅਸਥਾਨ ਬਣਾ ਲਈਏ, ਲੇਕਿਨ ਖਾਲਸੇ ਨੇ ਪਿਆਰਿਓ ਡਟ ਕੇ ਜਿਹੜਾ ਹੈ ਮੁਕਾਬਲਾ ਕਰਨਾ ਕੀਤਾ, ਆਪਣੇ ਅਸਥਾਨਾਂ ਦੀ ਰਾਖੀ ਕਰਨੀ ਕੀਤੀ ਹੈ। ਇੱਥੋਂ ਤੱਕ ਹੀ ਪਿਆਰਿਓ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਵਿਚਾਰਾਂ ਨੂੰ ਸਰਵਣ ਕਰਨਾ। ਫਿਰ ਪਿਆਰਿਓ ਤਖਤ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਵੱਲੋਂ ਬਹੁਤ ਸਾਰੇ ਵਿਕਾਸ ਦੇ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਬਹੁਤ ਸਾਰੇ ਕਮਰੇ, ਤਕਰੀਬਨ 650 ਦੇ ਕਰੀਬ ਲਗਜ਼ਰੀ ਕਮਰੇ ਇਹ ਬਣਾਏ ਜਾਣਗੇ ਸੰਗਤਾਂ ਦੇ ਵਾਸਤੇ। 40 ਕਰੋੜ ਦੀ ਮਾਇਆ ਖਰਚ ਕਰਕੇ ਵੱਡਾ ਸਾਰਾ ਸਕੂਲ ਬਣਾਇਆ ਜਾਵੇਗਾ। ਸੋ ਇਹ ਸਾਰੀ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਵੇਗੀ। ਇਸ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਆਪ ਜੀ ਬੈਠੇ ਹੋਏ ਹੋ, ਜਿੱਥੋਂ ਜਿੱਥੋਂ ਤੱਕ ਇਹ ਆਵਾਜ਼ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਰਾਹੀਂ, ਇੰਟਰਨੈਟ ਦੇ ਰਾਹੀਂ, ਆਪ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਜੀ ਦੇ ਇਸ ਸੇਵਾ ਦੇ ਵਿੱਚ ਵੱਧ ਚੜ ਕਰਕੇ ਆਪਣਾ ਹਿੱਸਾ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਹੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ।
ਨਾਨਕ ਦੀਜੈ ਨਾਮ ਦਾਨ ਰਾਖੋਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤਾ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।